ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 399 ਅੰਕ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। 399 ਸ਼ਬਦ 113ਵਾਂ ਹੈ ਸੀਰੀਅਲ ਵਾਈਜ਼। ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਏ। ਹੋਏ ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਏ। ਇਹਦੇ ਵਿੱਚ ਪੰਜਵੀਂ ਪਾਤਸ਼ਾਹੀ ਆਪਾਂ ਨੂੰ ਗਿਆਨ ਦੇ ਰਹੇ ਕਿ ਉਹ ਮਾਲਕ ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈਗਾ, ਔਰ ਮਾਲਕ ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈਗਾ, ਔਰ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਆਕਾਰ ਦੇ ਵਿੱਚ ਨਹੀਂ ਹੈਗਾ, ਔਰ ਸਾਰਾ ਕੰਟਰੋਲਰ ਮਾਲਕ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ, ਔਰ ਉਹਨੂੰ ਜਿਹੜਾ ਚਲਾਉਣ ਵਾਲਾ, ਔਰ ਸਾਰੀ ਸ੍ਰਿਸ਼ਟੀ ਦੇ ਅੰਦਰ ਵੀ ਉਹੀ ਮਾਲਕ ਪਰਮਾਤਮਾ ਦੀ ਸ਼ਕਤੀ ਆ, ਔਰ ਗੁਣਾਂ ਦਾ ਖਜ਼ਾਨਾ ਹੈਗਾ। ਜੇ ਉਹਨੂੰ ਜਾਣਨਾ ਹੈ ਤਾਂ ਭਾਈ ਗੁਰੂ ਦੇ ਅਨੁਸਾਰ ਜਿਹੜਾ ਹੈਗਾ ਬ੍ਰਹਮ ਗਿਆਨੀਆਂ ਦਾ ਗਿਆਨ ਲੈਣਾ ਪਊਗਾ। ਗੁਰਮੁਖ ਹੈ ਮਤਲਬ ਗੁਰੂ ਦੇ ਮੁਖ ਤੋਂ ਜੋ ਗਿਆਨ ਆ ਰਿਹਾ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੈਗਾ, ਜਿਹੜੇ ਮਤਲਬ ਗੁਰੂ ਦੀ ਗੱਲ ਮੰਨ ਕੇ ਗੁਰੂ ਦੇ ਅਨੁਸਾਰ ਜਿਹੜਾ ਹੈਗਾ ਕਾਰਵਾਈ ਕਰਕੇ ਗੁਰੂ ਦੇ ਅਨੁਸਾਰ ਜਿਹੜੀ ਹੈਗੀ ਆ ਤਾਂ ਜਿਹੜਾ ਜਾਣਿਆ ਜਾ ਸਕਦਾ। ਐਕਸ਼ਨ ਕਰਨੀ ਪਊਗੀ ਗੁਰੂ ਦੇ ਅਨੁਸਾਰ, ਜੋ ਗੁਰੂ ਕਹਿ ਰਿਹਾ ਉਹ ਕੰਮ ਕਰਨਾ ਪਊਗਾ, ਕਿਰਿਆ ਕਰਨੀ ਪਊਗੀ। ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਏ। ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਏ। ਔਰ ਗੁਰੂ ਨੂੰ ਫਿਰ ਜਿਹੜਾ ਹੈਗਾ ਮਿਲਾਉਣਾ। ਹੁਣ ਆਮ ਇਨਸਾਨ ਹੈਗਾ ਨਹੀਂ, ਜਿਹੜਾ ਹੈਗਾ ਉਹਨੂੰ ਕੀ ਪਤਾ ਜਿਹੜਾ ਹੈਗਾ ਕਿਹੜਾ ਹੈਗਾ ਬਈ ਗੁਰੂ, ਕਿਵੇਂ ਜਿਹੜਾ ਹੈਗਾ ਬ੍ਰਹਮ ਗਿਆਨੀ ਜਾਂ ਜਿਹੜੇ ਹੈਗੇ ਕਿਵੇਂ ਪਤਾ ਲੱਗੇ ਉਹਨੂੰ ਬਈ ਇਹ ਜਿਹੜਾ ਹੈਗਾ ਮੈਨੂੰ ਸਹੀ ਡਾਇਰੈਕਸ਼ਨ ਦੇ ਸਕਦਾ। ਇਹ ਜਿਹੜਾ ਹੈਗਾ ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਏ। ਮਾਲਕ ਪਰਮਾਤਮਾ ਜਿਹੜਾ ਹੈਗਾ ਉਸ ਨੇ ਕਿਰਪਾਲ ਹੋਣਾ ਹੈ, ਉਸ ਕਿਰਪਾਲੂ ਨੇ ਦਿਆਲੂ ਨੇ ਮਿਹਰ ਕਰਨੀ ਹੈ, ਤਾਂ ਜਿਹੜਾ ਹੈਗਾ ਇਹ ਬ੍ਰਹਮ ਗਿਆਨ ਆਪਾਂ ਨੂੰ ਲੱਭਦਾ ਹੈ, ਤਾਂ ਪਰਮੇਸ਼ਰ ਦਾ ਰੰਗ ਅਸਲੀ ਜਿਹੜਾ ਹੈਗਾ ਰੰਗ ਜਿਹੜਾ ਹੈਗਾ ਮਾਣਿਆ ਜਾ ਸਕਦਾ ਹੈ। ਉਹ ਮਾਲਕ ਪਰਮਾਤਮਾ ਦੀ ਅਸਲੀ ਜਿਹੜੀ ਖੁਸ਼ੀ ਹੈਗੀ, ਜਿਹੜੀ ਮਾਲਕ ਪਰਮਾਤਮਾ ਜਿਹਨੂੰ ਸੁੱਖ, ਮਾਲਕ ਜਿਹਨੂੰ ਸੁੱਖ ਕਹਿ ਰਿਹਾ, ਜਿਹਨੂੰ ਬ੍ਰਹਮ ਗਿਆਨੀ ਸੁੱਖ ਕਹਿ ਰਹੇ, ਉਹ ਸੁੱਖ ਨੂੰ ਮਾਣਿਆ ਜਾ ਸਕਦਾ। ਬਾਕੀ ਦੁਨੀਆ ਦੇ ਪਦਾਰਥ ਹੈਗੇ ਉਹ ਤਾਂ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਸੁੱਖ ਨਹੀਂ ਹੈ, ਸੁੱਖ ਦੀ ਅਨੁਭੂਤੀ ਹੈਗੀ, ਰੱਜ ਨਹੀਂ ਹੈਗਾ, ਬਸ ਉਹ ਤਾਂ ਜਿਹੜੇ ਹੈਗੇ ਆਪਾਂ ਦੁਨੀਆ ਦੇ ਵਿੱਚ ਜਿਹੜੇ ਹੈਗੇ ਆਕਾਰ ਦੇ ਨਾਲ ਉਹ ਲੈ ਸਕਦੇ ਹਾਂ। ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਏ। ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਏ। ਔਰ ਜਿਹੜੀ ਹੈਗੀ ਇਹ ਅਧਿਆਤਮਿਕ ਯਾਤਰਾ ਜਿਹੜੀ ਹੈਗੀ ਆ, ਬ੍ਰਹਮ ਗਿਆਨ ਜਿਹੜਾ ਹੈਗਾ ਇਹ ਸਿਰਫ ਜਿਹੜਾ ਹੈਗਾ ਇਹ ਇਸੇ ਹਰ ਰੰਗ ਦੀ ਗੱਲ ਕਰਦਾ ਹੈ। ਇਹ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਜਿਹੜਾ ਗੁਣਾਂ ਦਾ ਖਜ਼ਾਨਾ ਹੈਗਾ ਉਸੇ ਦੀ ਗੱਲ ਕਰਦਾ ਹੈ। ਇਸ ਤੋਂ ਇਲਾਵਾ ਜਿਹੜਾ ਹੈਗਾ ਇਹ ਗਿਆਨ ਜਿਹੜਾ ਹੈਗਾ ਮੈਟਰ ਧਾਤ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਸ ਰਸਤੇ ਦੇ ਬਾਰੇ ਜਾਣਕਾਰੀ ਆਪਾਂ ਨੂੰ ਦੇ ਦਿੰਦਾ ਹੈ ਵੀ ਆਹ ਇਸ ਤਰ੍ਹਾਂ ਹੈ, ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਹ ਰਿਜ਼ਲਟਸ ਹੈਗੇ ਆ। ਬਸ ਇੰਨਾ ਕੀ ਜਿਹੜਾ ਹੈਗਾ, ਔਰ ਚੋਇਸ ਆਪਣੀ ਹੈਗੀ ਆ। ਆਪਾਂ ਨੇ ਜਿਹੜੀ ਹੈਗੀ ਆ ਇੱਛਾ ਪ੍ਰਗਟ ਕਰਨੀ ਹੈ, ਅੰਦਰੋਂ ਇੱਛਾ ਹੋਏਗੀ ਤੇ ਅਗਲੀ ਕਾਰਵਾਈ ਮਾਲਕ ਨੇ ਕਰਨੀ ਹੈ। ਆਵੋ ਸੰਤ ਮਿਲਾਂ ਹਰ ਕਥਾ ਕਹਾਣੀਆਂ। ਕਹਿੰਦੇ ਆਵੋ ਸਾਧ ਸੰਗਤ ਜੀ, ਸੰਤੋ ਆਪਾਂ ਮਿਲ ਕੇ ਮਿਲੀਏ ਸੰਤਾਂ ਦੀ ਸੰਗਤ ਦੇ ਵਿੱਚ। ਆਵੋ ਸੰਤ ਮਿਲਾਂ, ਸੰਤਾਂ ਦੀ ਸੰਗਤ ਦੇ ਵਿੱਚ ਮਿਲੀਏ। ਬ੍ਰਹਮ ਗਿਆਨੀਆਂ ਦੀ ਸੰਗਤ ਦੇ ਵਿੱਚ ਆਈਏ, ਬ੍ਰਹਮ ਗਿਆਨ ਲਈਏ। ਆਵੋ ਸੰਤ ਮਿਲਾਂ ਹਰ ਕਥਾ ਕਹਾਣੀਆਂ। ਉਹ ਮਾਲਕ ਪਰਮਾਤਮਾ ਦੇ ਬਾਰੇ ਜਿਹੜਾ ਹੈਗਾ ਆਪਾਂ ਸੋਝੀ ਲਈਏ ਵੀ ਲਿਵ ਵਾਲੀ ਯਾਤਰਾ ਜਿਹੜੀ ਹੈਗੀ ਕਿਵੇਂ ਕਰਨੀ ਹੈ। ਅਨ ਦਿਨ ਸਿਮਰੇ ਨਾਮ ਤਜ ਲਾਜ ਲੁਕਾਣੀਆਂ ਰਹਾਓ। ਹੁਣ ਇੱਥੇ ਜਿਹੜਾ ਹੈਗਾ ਅਨ ਦਿਨ
ਸਿਮਰੈ ਨਾਮ। ਹੁਣ ਨਾਮ ਨੂੰ ਸਿਮਰਨਾ ਹੈਗਾ। ਹੁਣ ਨਾਮ ਜਿਹੜਾ ਹੈਗਾ, ਇੱਥੇ ਨਾਮ ਦੇ ਮਾਮੇ ਨੂੰ ਔਂਕੜ ਹੈਗੀ ਆ, ਔਰ ਨਾਮ ਜਿਹੜਾ ਹੈਗਾ ਉਹ ਪਦਾਰਥ ਹੈਗਾ। ਨਾਮ ਜਿਹੜਾ ਹੈਗਾ ਰਿਜ਼ਲਟ ਹੈਗਾ। ਨਾਮ ਨੂੰ ਕਿਵੇਂ ਸਿਮਰਿਆ ਜਾ ਸਕਦਾ ਹੈ? ਬਸ ਇੱਥੇ ਹੀ ਭੇਤ ਹੈਗਾ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਸ ਆਪਣੇ ਅੰਗ ਸੰਗ ਹੈਗਾ। ਮਾਲਕ ਪਰਮਾਤਮਾ ਆਪਣੇ ਅੰਗ ਸੰਗ ਹੈਗਾ, ਅਤੇ ਆਪਣੇ ਕੋਲ ਇੱਕ ਸੁਰਤ ਹੈਗੀ ਆਪਣੀ, ਔਰ ਇੱਕ ਆਪਣੇ ਕੋਲ ਮਨ ਹੈਗਾ। ਮਨ ਜਿਹੜਾ ਹੈਗਾ ਉਹ ਸੁਰਤ ਦੇ ਪਿੱਛੇ ਜਾਂਦਾ ਹੈ। ਮਨ ਨੇ ਸੁਰਤ ਦੇ ਪਿੱਛੇ ਜਾਣਾ ਹੈ। ਸੁਰਤ ਜਿਹੜੀ ਹੈਗੀ ਆ, ਮਨ ਕਰ ਬੈਲ ਸੁਰਤ ਕਰ ਪੈਂਡਾ, ਗਿਆਨ ਗੋਨ ਭਰ ਡਾਰੀ। ਸੁਰਤ ਦੇ ਪਿੱਛੇ ਮਨ ਨੂੰ ਲਾਉਣਾ ਹੈ ਆਪਾਂ ਨੇ। ਔਰ ਸੁਰਤ ਕਿੱਥੇ ਲਾਉਣੀ ਆ? ਸੁਰਤ ਕਿੱਥੇ ਲਾਉਣੀ ਆ? ਸੁਰਤ ਜਿਹੜੀ ਹੈਗੀ ਉਹ ਮਾਲਕ ਪਰਮਾਤਮਾ ਆਪਣੇ ਨਾਲ ਆ। ਆਪਾਂ ਮਾਲਕ ਦੇ ਅੰਦਰ ਹੈਗੇ ਆ। ਸੁਰਤ ਜਿਹੜੀ ਹੈਗੀ ਉਹਦੇ ਨਾਲ ਜੋੜਨੀ ਆ ਆਪਾਂ ਨੇ। ਉਹ ਮਾਲਕ ਪਰਮਾਤਮਾ ਆਪਾਂ ਮਾਲਕ ਦੇ ਕੋਲ ਬੈਠੇ ਹੋਏ ਆ, ਮਾਲਕ ਦੇ ਨਾਲ ਹੈਗੇ ਆ। ਬਸ ਸੁਰਤ ਉੱਤੇ ਖੁੱਲੀ ਛੱਡ ਦਿਓ। ਕੁਛ ਵੀ ਜਿਹੜਾ ਹੈਗਾ, ਕੋਈ ਚੀਜ਼ ਸੋਚਣ ਦੀ ਲੋੜ ਨਹੀਂ, ਕੁਛ ਨਹੀਂ। ਬਸ ਸੁਰਤ ਨੂੰ ਖੁੱਲੀ ਛੱਡ ਕੇ ਔਰ ਮਨ ਜਿਹੜਾ ਹੈਗਾ ਉਹਦੇ ਨਾਲ ਜੁੜ ਜਾਏਗਾ। ਬਸ ਇਹ ਹੈਗਾ ਉਸ ਨਾਮ ਨੂੰ ਜਿਹੜਾ ਹੈਗਾ ਸਿਮਰਨਾ। ਕਿਉਂਕਿ ਯਾਤਰਾ ਜਿਹੜੀ ਸਾਰੀ ਦੀ ਸਾਰੀ ਇਹਦੇ ਵਿੱਚ ਜਿਹੜਾ ਹੈਗਾ ਆਪਾਂ ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ, ਕਰਮ ਇੰਦਰੀਆਂ ਜਿਹੜੀਆਂ ਹੈਗੀਆਂ, ਜੀਭ ਹੈਗੀ, ਮੁੱਖ ਹੈਗਾ, ਇਹਦੀ ਸਹਾਇਤਾ ਆਪਾਂ ਲੈ ਸਕਦੇ ਹਾਂ। ਇਹ ਸਿਰਫ ਸਹਾਇਤਾ ਹੈਗੀ ਆ। ਔਰ ਨਾਮ ਜਿਹੜਾ ਹੈਗਾ ਉਹ ਪਦਾਰਥ ਹੈਗਾ, ਉਹ ਟਾਰਗੇਟ ਹੈਗਾ। ਅਨ ਦਿਨ ਸਿਮਰੈ ਨਾਮ। ਸਿਮਰਨਾ ਕੀ ਹੈ? ਸਮਰਨ ਕਰਨਾ। ਸਮਰਨ ਕਰਨਾ ਕਿਹਨੂੰ? ਉਹ ਮਾਲਕ ਪਰਮਾਤਮਾ ਨੂੰ। ਮਾਲਕ ਆਪਣੇ ਨਾਲ ਆ। ਬਸ ਆਪਾਂ ਇਹ ਭੁੱਲ ਜਾਂਦੇ ਹਾਂ। ਬਸ ਆਹੀ ਸਿਮਰਨ ਹੈਗਾ ਬਈ ਆਪਾਂ ਭੁੱਲ ਜਾਂਦੇ ਹਾਂ। ਆਪਾਂ ਬਿਲਕੁਲ ਦੁਨੀਆ ਦੇ ਵਿੱਚ ਵਿਚਰਦੇ ਹਾਂ, ਔਰ ਆਪਾਂ ਜਿਹੜੇ ਹੈਗੇ ਬਿਲਕੁਲ ਜਿਹੜੇ ਹੈਗੇ ਆ, ਜਿਹੜੇ ਕਹਿੰਦੇ ਨਾ ਨਿਡਰ ਹੋ ਕੇ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਆ ਧੋਖਾਧੜੀ ਕਰਦੇ ਹਾਂ, ਝੂਠ, ਠੱਗੀ, ਇਹ ਨਿਡਰ ਹੋ ਕੇ ਕਰਦੇ ਹਾਂ। ਕਿਉਂਕਿ ਜੇ ਮਾਲਕ ਸਮਰਨ ਹੋਏਗਾ, ਜੇ ਮਾਲਕ ਅੰਗ ਸੰਗ ਹੋਏਗਾ, ਤਾਂ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਇਹ ਅਵਗੁਣ ਕਰ ਸਕਦੇ ਹਾਂ ਭਾਈ। ਬਸ ਇਹਨੂੰ ਕਹਿੰਦੇ ਸਿਮਰਨ। ਬਸ ਸੁਣਨ ਦੇ ਵਿੱਚ ਇਹ ਜਿਹੜਾ ਹੈਗਾ, ਜਿੱਥੇ ਹੁਣ ਵਿਚਾਰ ਜਿਹੜਾ ਹੈਗਾ, ਫਿਰ ਜਿਹੜਾ ਹੈ ਇਹਨਾਂ ਦਾ ਕੰਬੀਨੇਸ਼ਨ ਜਿਹੜਾ ਸੁਰਤ, ਇਹ ਜਿਹੜੀ ਸੁਰਤ ਔਰ ਮਨ ਜਿਹੜਾ ਹੈਗਾ, ਇਹਨਾਂ ਦਾ ਕੰਬੀਨੇਸ਼ਨ ਫਿਰ ਨਿਕਲ ਜਾਣਾ ਹੈ। ਸੁਰਤ ਨੇ ਫਿਰ ਪਹਿਲਾਂ ਸੁਰਤ ਨੇ ਨਿਕਲਣਾ ਹੈ। ਸੁਰਤ ਗਈ ਤੇ ਫਿਰ ਮਨ ਨੇ ਵੀ ਉਸੇ ਪਿੱਛੇ ਚਲੇ ਜਾਣਾ ਹੈ। ਉਹ ਮਾਲਕ ਪਰਮਾਤਮਾ ਦਾ ਸਮਰਨ ਛੱਡ ਕੇ ਫਿਰ ਮਾਇਆ ਦੇ ਵਿੱਚ, ਕਿਤੇ ਵਿਚਾਰਾਂ ਦੇ ਵਿੱਚ, ਪਾਸਟ ਜਾਂ ਫਿਊਚਰ ਦੇ ਵਿੱਚ ਕਿਤੇ ਨਾ ਕਿਤੇ ਘੁੰਮਣਾ ਹੈ ਉਹਨੇ। ਦੋਨੋਂ ਦੇ ਦੋਨੋਂ ਗਾਇਬ। ਸੁਰਤ ਗਈ ਤੇ ਮਨ ਵੀ ਗਾਇਬ ਹੋ ਗਿਆ। ਫਿਰ ਸਮਰਨ ਕਰੋ, ਫਿਰ ਜਿਹੜਾ ਹੈਗਾ ਵਾਪਸ ਲੈ ਕੇ, ਔਰ ਖੁੱਲ੍ਹਾ ਛੱਡੋ। ਕਿਤੇ ਵੀ ਕੋਈ ਆਪਾਂ ਕੁਛ ਨਹੀਂ, ਕਿਤੇ ਜਿਹੜਾ ਹੈਗਾ ਆ ਜੀ ਇੱਥੇ ਧਿਆਨ ਇੱਥੇ ਲਗਾਓ। ਬਸ ਸਿਰਫ ਜਿਹੜਾ ਹੈਗਾ ਖੁੱਲ੍ਹਾ, ਬਿਲਕੁਲ ਨਾਰਮਲ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਆ, ਉਹਨੂੰ ਕਹਿੰਦੇ ਕੋਈ ਵੀ ਜਿਹੜਾ ਹੈਗਾ ਬਿਲਕੁਲ ਜਿਹੜਾ ਹੈਗਾ ਬਿਲਕੁਲ ਜਿਹੜਾ ਆਪਣੇ ਆਪ ਨੂੰ ਜਿਹੜਾ ਹੈਗਾ ਬਿਲਕੁਲ ਈਜ਼ੀ ਰੱਖੋ। ਬਸ ਜਦ ਔਰ ਇੰਨਾ ਆਪਾਂ ਨੂੰ ਪਤਾ ਲੱਗਦਾ ਵੀ ਮੇਰੀ ਸੁਰਤ ਕਿੱਥੇ ਜਾ ਰਹੀ ਹੈ, ਕਿਹੜਾ ਵਿਚਾਰ ਲੈ ਰਹੀ ਹੈ। ਬਸ ਉੱਥੋਂ ਵਾਪਸ ਉਹਨੂੰ ਕੁਛ ਨਹੀਂ ਕਹਿਣਾ, ਵਾਪਸ ਲੈ ਆਉਣਾ। ਮਨ ਵੀ ਆ ਜਾਣਾ ਨਾਲ ਦੇ ਨਾਲ, ਫਿਰ ਟਿਕ ਜਾਣਾ ਦੋਨਾਂ ਨੇ। ਆਇਆ ਭਾਈ ਅਨ ਦਿਨ ਸਿਮਰੈ ਨਾਮ, ਤਜ ਲਾਜ ਲੁਕਾਣੀਆਂ। ਇਹ ਕਿੱਥੇ ਮਰਜੀ ਬੈਠੇ ਆ, ਬਸ ਸੁਰਤ ਨੂੰ, ਮਨ ਨੂੰ ਸੁਰਤ ਦੇ ਨਾਲ ਟਿਕਾ ਲਓ ਬਸ। ਕਿਉਂਕਿ ਉਹ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਉਹਦਾ ਤਾਂ ਨਾ ਕੋਈ ਰੂਪ ਆ, ਨਾ ਕੋਈ ਰੇਖ ਆ, ਨਾ ਕੋਈ ਉਹਦੇ ਹੁਣ ਚਰਨ ਆ, ਸ਼ਬਦ ਰੂਪੀ ਚਰਨ। ਹੁਣ ਕਿਹੜੇ ਸ਼ਬਦ ਰੂਪੀ ਆਪਾਂ ਕਿੱਥੇ ਲੱਭਾਂਗੇ ਉਹ ਚਰਨ? ਅਗਲੀ ਕਾਰਵਾਈ ਮਾਲਕ ਪਰਮਾਤਮਾ ਨੇ ਕਰਨੀ। ਉਹ ਕਦਮ ਕਰਨੀ ਆ, ਉਹ ਮਾਲਕ 'ਤੇ ਡਿਪੈਂਡ ਕਰਦਾ ਆਪਣਾ। ਬਸ ਆਪਾਂ ਨੇ ਇਹੀ ਕੰਮ ਕਰੀ ਜਾਣਾ ਹੈ। ਇਹ ਲਗਾਤਾਰ ਰਾਤ ਦਿਨ ਇਹੀ ਕੰਮ ਕਰਨਾ ਹੈ। ਇਹੀ ਭਗਤੀ ਹੈਗੀ। ਬਸ ਇਹੀ ਹੈਗਾ ਇੱਕ ਤਰੀਕਾ ਜਿਹੜਾ ਆਪਾਂ, ਕਿਉਂਕਿ
ਟਰੈਪ ਤਾਂ ਮਾਇਆ ਜਿਹੜੀ ਹੈ, ਪਦਾਰਥ ਰਸਕਸ ਚੋਗਾ ਦੁਨੀਆ ਆਕਾਰ, ਇਸ ਚੋਂ ਨਿਕਲਣ ਦਾ ਇੱਕੋ ਹੀ ਤਰੀਕਾ ਹੈਗਾ ਪਾਏ। ਇਸ 'ਚ ਫਸਣ ਦਾ ਤਰੀਕਾ ਕੀ ਹੈਗਾ? ਸੁਰਤ ਦੇ ਦੁਆਰਾ ਮਨ ਨੇ ਜਾ ਕੇ ਫਸਣਾ ਇਹਦੇ ਵਿੱਚ, ਔਰ ਸੁਰਤ ਔਰ ਮਨ ਨੂੰ ਹੀ ਆਪਾਂ ਫੜ ਰਹੇ ਹਾਂ। ਭਾਜੀ ਇਹਨੂੰ ਸੁਰਤ ਨੂੰ ਤੁਸੀਂ ਚਿੱਤ ਵੀ ਕਹਿ ਸਕਦੇ, ਜਿੱਦਾਂ ਲਾਸਟ ਟਾਈਮ ਤੁਸੀਂ ਗੁਰਕੀ ਸਾਹਿਬ ਦੇ ਪ੍ਰੋਗਰਾਮ ਤੇ ਐਕਸਪਲੇਨ ਕੀਤਾ ਸੀ। ਨਹੀਂ, ਸੁਰਤ ਨੂੰ ਚਿੱਤ ਨਹੀਂ ਕਹਿ ਸਕਦੇ ਭਾਈ ਜੀ। ਸੁਰਤ ਜਿਹੜੀ ਹੈਗੀ ਆ ਤੁਹਾਡੀ, ਸੁਰਤ ਦੇ ਨਾਲ, ਸੁਰਤ ਵਹੀਕਲ ਹੈਗੀ ਆ, ਚਿੱਤ ਜਿਹੜਾ ਡਿਸਪਲੇ ਹੈਗਾ, ਚਿੱਤ ਡਿਸਪਲੇ ਹੈ। ਹਾਂ, ਮਤਲਬ ਜੋ ਡਿਸਪਲੇ ਹੋਣਾ, ਮਤਲਬ ਉਹਦੇ ਤੇ ਤੁਸੀਂ ਉਸ ਪਰ ਮਤਲਬ ਪ੍ਰਮਾਤਮਾ ਦਾ ਨਾਮ ਲਿਖਿਆ ਹੈ ਜੇ, ਮਤਲਬ ਉਹ ਨਾਮ ਤੇ ਨਾਮ ਕਿੱਥੇ ਹੈ ਪਰਮਾਤਮਾ ਦਾ ਪਿਆਰਿਓ? ਨਾਮ ਕਿੱਥੇ ਹੈਗਾ ਪਰਮਾਤਮਾ ਦਾ? ਪਰਮਾਤਮਾ ਦਾ ਨਾਮ ਕਿਵੇਂ ਜਿਹੜਾ ਹੈਗਾ ਉਹਨੂੰ ਆਪਾਂ ਨਾਮ ਦੇ ਵਿੱਚ ਕਿਵੇਂ ਲੈ ਲਿਆ ਉਹਨੂੰ, ਮਾਲਕ ਪਰਮਾਤਮਾ ਨੂੰ? ਉਹਦਾ ਨਾਮ ਤਾਂ ਜਿਹੜਾ ਹੈਗਾ ਆਪਾਂ ਨੇ, ਉਹ ਤਾਂ ਟਾਰਗੇਟ ਹੈ ਆਪਣਾ। ਇਹ ਤਾਂ ਕੀਰਤਮ ਨਾਮ ਹੈਗੇ, ਜਿਹੜੇ ਵੀ ਨਾਮ ਹੈਗੇ ਕੀਰਤਮ ਨਾਮ ਹੈ, ਸਾਰੇ ਰੱਖੇ ਹੋਏ ਆਪਾਂ ਨੇ, ਗੁਣਾ ਤੋਂ ਰੱਖੇ ਹੋਏ ਨਾਮ ਆਪਾਂ ਨੇ ਰੱਖੇ, ਜਾਂ ਬ੍ਰਹਮ ਗਿਆਨੀ ਰੱਖੇ ਹੋਏ ਨਾਮ ਹੈਗੇ। ਇਹ ਜਿਹੜੀ ਆਪਣੀ ਇਹ ਜਿਹੜਾ ਹੈ ਸੁਰਤ ਔਰ ਸਿਮਰਨ, ਜਿਹਨੂੰ ਤੁਸੀਂ ਕੀ ਕਹਿ ਰਹੇ ਸੀਗੇ, ਆਪਣੇ ਚਿੱਤ ਜਿਹੜਾ ਹੈਗਾ ਡਿਸਪਲੇ ਹੈਗਾ। ਚਿੱਤ ਜਿਹੜਾ ਹੈਗਾ ਆਪਣੇ, ਜੋ ਚੀਜ਼ ਆਪਾਂ ਜਿੱਥੇ ਸੁਰਤ ਚਲੀ ਗਈ, ਉਹ ਚੀਜ਼ ਚਿੱਤ ਦੇ ਵਿੱਚ ਆ ਜਾਣੀ ਹੈ, ਉਹ ਡਿਸਪਲੇ ਹੋਣੀ ਹੈ। ਜੋ ਪਿੱਛੇ ਵਿਚਾਰਾਂ ਦੇ ਵਿੱਚ ਚਲੀ ਗਈ, ਉਹ ਵਿਚਾਰ ਉੱਥੇ ਆ ਜਾਣੇ ਆ, ਉਹ ਡਿਸਪਲੇ ਹੋ ਰਿਹਾ। ਬਸ ਉਹ ਡਿਸਪਲੇ ਆਟੋਮੈਟਿਕਲੀ, ਜਦ ਤੁਸੀਂ ਮਨ ਨੂੰ ਸੁਰਤ ਦੇ ਨਾਲ ਜੋੜ ਲਿਆ, ਤੇ ਡਿਸਪਲੇ ਜਿਹੜਾ ਹੈਗਾ ਆਟੋਮੈਟਿਕਲੀ ਬੰਦ ਹੋ ਜਾਏਗਾ ਤੁਹਾਡਾ। ਉਹ ਡਿਸਪਲੇ ਜਿਹੜਾ ਹੈਗਾ ਬਲੈਕ ਆਊਟ ਹੋ ਜਾਏਗਾ ਡਿਸਪਲੇ। ਆਸਾ ਮਹੱਲਾ ਪਹਿਲਾ ਪੰਜਵਾਂ। ਗੋਬਿੰਦ ਗੁਣੀ ਨਿਧਾਨ ਗੁਰਮੁਖੇ ਜਾਣੀਏ, ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਏ, ਆਵੋ ਸੰਤ ਮਿਲਾਂ ਹਰ ਕਥਾ ਕਹਾਣੀਆਂ, ਅਨ ਦਿਨ ਸਿਮਰੇ ਨਾਮ ਤਜ ਲਾਜ ਲੁਕਾਣੀਆਂ। ਬਸ ਆਹੀ ਹੈਗਾ ਭਾਈ। ਦੁਨੀਆ ਦੀ ਪਰਵਾਹ ਨਹੀਂ ਕਰਨੀ, ਦੁਨੀਆ ਕੀ ਕਹਿੰਦੀ ਆ ਉਦੋਂ ਬਿਲਕੁਲ ਜਿਹੜਾ ਹੈਗਾ, ਕਿਉਂਕਿ ਆਪਣਾ ਜਿਹੜਾ ਹੈਗਾ ਸਵਾਸ ਇਸ ਵਾਸਤੇ ਮਿਲਿਆ, ਔਰ ਆਪਣੇ ਕੋਲ ਕੋਈ ਗਰੰਟੀ ਨਹੀਂ ਹੈਗੀ ਬਈ ਅਗਲਾ ਜਨਮ ਕੀ ਹੈਗਾ। ਆਪਾਂ ਨੂੰ ਕੋਈ ਪਤਾ ਨਹੀਂ ਇਹ ਚਾਂਸ ਮਿਲੇਗਾ ਨਹੀਂ ਮਿਲੇਗਾ, ਔਰ ਕਦੋਂ ਮਿਲੇਗਾ, ਕਿਉਂਕਿ ਆਪਾਂ ਕਾਲ ਦੇ ਅਧੀਨ ਹੈਗੇ ਆ। ਇਹ ਔਰ ਆਪਣੇ ਜਿਹੜੇ ਹੈਗੇ ਕਰਮ ਜਿਹੜੇ ਹੈਗੇ ਵਾਚੇ ਜਾਣੇ ਅੱਗੇ, ਜੋ ਆਪਾਂ ਕੀਤਾ ਉਹਦੇ ਫਲ ਆਪਾਂ ਨੂੰ ਮਿਲਣਾ ਹੈ। ਇਹ ਤਿੰਨ ਗੁਣੀ ਜਿਹੜੇ ਹੈਗੇ ਆ ਪ੍ਰਕਿਰਤੀ ਦੀ ਕੈਦ ਦੇ ਵਿੱਚ ਆ ਆਪਾਂ। ਜਦ ਤੱਕ ਆਪਾਂ ਮਾਲਕ ਪਰਮਾਤਮਾ ਨੂੰ, ਚੌਥਾ ਗੁਣ ਕੀ ਹੈਗਾ? ਚੌਥਾ ਗੁਣ ਹੈ ਮਾਲਕ ਪਰਮਾਤਮਾ। ਬਸ ਆਇਆ ਚੌਥਾ ਗੁਣ। ਔਰ ਜੋ ਆਪਾਂ ਕਰ ਰਹੇ ਹਾਂ, ਜੋ ਆਪਣੀ ਸੁਰਤ ਜਿਹੜੀ ਹੈਗੀ ਆ, ਇਹਨੂੰ ਮਨ ਨੂੰ ਸੁਰਤ ਦੇ ਨਾਲ ਜੋੜ ਰਹੇ, ਔਰ ਸੁਰਤ ਜਿਹੜੀ ਹੈਗੀ ਮਾਲਕ ਨੂੰ ਆਪਣਾ ਸਮਰਨ ਕਰ ਰਹੇ ਹਾਂ। ਮਾਲਕ ਸਮਰਨ ਹੋਇਆ ਬਈ ਮਾਲਕ ਮੇਰੇ ਨਾਲ ਆ, ਆਹੀ ਸਮਰਨ ਹੈਗਾ, ਆਹੀ ਸਿਮਰਨ ਹੈਗਾ, ਆਹੀ ਨਾਮ ਹੈਗਾ ਭਾਈ। ਵੀਰ ਜੀ ਹਾਂਜੀ, ਤੁਸੀਂ ਬੜਾ ਸੋਹਣਾ ਐਕਸਪਲੇਨ ਕੀਤਾ। ਬੇਸਿਕਲੀ ਜਿਹੜੀ ਸੁਰਤ ਹੈ ਉਹਨੂੰ ਆਪਾਂ ਸ਼ਬਦ ਦੇ ਨਾਲ ਜੋੜਨਾ, ਤੇ ਦੇਖੋ ਸੁਰਤ ਆਪਣੀ ਸੰਸਾਰ ਦੇ ਨਾਲ ਜੁੜਦੀ ਆ ਆਟੋਮੈਟਿਕਲੀ, ਪਰ ਜਦੋਂ ਆਪਾਂ ਸ਼ਬਦ ਦੇ ਨਾਲ ਜੋੜਦੇ ਆ ਫਿਰ ਆਪਾਂ ਵਿਚਾਰਾਂ ਤੋਂ ਮੁਕਤ ਹੁੰਨੇ ਆ। ਬੇਸਿਕਲੀ ਇਹੀ ਹੈਗਾ ਨੁਕਤਾ ਇਹਦੇ ਵਿੱਚ ਨਾ, ਜਿਹੜਾ ਤੁਸੀਂ ਕਹਿ ਰਹੇ ਹੋ। ਹਾਂ, ਹੁਣ ਸ਼ਬਦ ਜਿਹੜਾ ਹੈਗਾ ਫਿਰ ਆਪਾਂ ਜਿਹੜੇ ਹੈਗੇ ਫਿਰ ਫਸ ਜਾਵਾਂਗੇ। ਹੁਣ ਇੱਥੇ ਸ਼ਬਦ ਕਿਹੜੇ ਦੇ ਨਾਲ ਜੋੜਾਂਗੇ? ਜਿਵੇਂ ਵਾਹਿਗੁਰੂ ਸਿਮਰਨ ਆਪਾਂ ਕਰਦੇ ਆ, ਆਪਾਂ ਵਾਹਿਗੁਰੂ ਨੂੰ ਹੀ ਸ਼ਬਦ ਪਹਿਲਾਂ ਤਾਂ ਕੀਰਤਮ ਨਾਮ ਨੂੰ ਹੀ ਤੋਂ ਹੀ ਲੈ ਕੇ ਚੱਲਣਾ ਨਾ। ਨਹੀਂ, ਹਾਂ ਠੀਕ ਹੈ, ਸਟਾਰਟਿੰਗ ਆਪਾਂ ਨੇ ਵਾਹਿਗੁਰੂ ਤੋਂ ਕਰਨੀ ਹੈ, ਸ਼ਬਦ ਤੋਂ ਕਰਨੀ ਹੈ। ਇਸ ਤੋਂ ਬਾਅਦ ਜਿਹੜਾ ਹੈਗਾ ਅੱਗੇ ਕੀ ਕਰਨਾ ਹੈ? ਹਾਂ, ਫਿਰ ਉਸ ਤੋਂ ਬਾਅਦ ਜਦੋਂ ਵਿਚਾਰਾਂ ਤੋਂ ਮੁਕਤ ਹੋਵਾਂਗੇ ਫਿਰ ਆਪੇ ਹੀ ਅੱਗੇ ਜਾਈ ਜਾਣਾ ਨਾ। ਪਰਮਾਤਮਾ ਜਿਹੜਾ ਹੈਗਾ ਉਹ ਸ਼ਬਦ ਰੂਪ ਹੈ। ਸ਼ਬਦ ਕਹਿੰਦੇ ਆ ਜਿਹੜਾ ਨਾ ਦਿਸੇ। ਸ਼ਬਦ ਰੂਪ ਦਾ ਮਤਲਬ ਹੈਗਾ ਕਿ ਫਿਜ਼ੀਕਲ ਨਹੀਂ ਹੈਗਾ ਪਰਮਾਤਮਾ। ਹਾਂ, ਬਿਲਕੁਲ। ਹਾਂ, ਜਿਹੜਾ ਤੁਸੀਂ ਹੁਣ ਅੰਗ ਸੰਗ ਕਹਿ ਰਹੇ ਹੋ ਉਹ ਕੋਈ ਦਿਸਣ ਵਾਲੀ ਚੀਜ਼ ਥੋੜੋ ਆ। ਹਾਂ, ਬਸ ਇੰਨੀ ਕੀ ਗੱਲ ਆ। ਬਸ ਉਹਨੂੰ ਸਮਰਨ ਕਰਨਾ ਹੈ ਮਾਲਕ ਨੂੰ, ਜਿਹੜਾ ਹੈਗਾ ਵੀ ਮਾਲਕ ਨੂੰ ਆਪਾਂ ਨੇ ਕਰਤਾ ਮੰਨ ਲਿਆ, ਔਰ ਮਾਲਕ ਨੂੰ ਮਿਲਣਾ ਹੈਗਾ ਆਪਾਂ ਨੇ, ਔਰ ਮਾਲਕ ਆਪਣੇ ਨਾਲ ਅੰਗ ਸੰਗ ਹੈ। ਆਪਾਂ ਹੀ ਭੱਜੇ ਹੋਏ ਆ, ਧਨ ਵਾਂਡੀ ਫਿਰ ਦੇਸ ਨਿਵਾਸੀ। ਉਹ ਤਾਂ
ਮਾਲਕ ਤਾਂ ਆਪਣੇ ਨਾਲ ਹੈਗਾ, ਮਾਲਕ ਅੰਦਰ ਹਰ ਜਗ੍ਹਾ ਤੇ ਮਾਲਕ ਹੈ। ਆਪਾਂ ਜਿਹੜੇ ਹੈਗੇ ਆਪਣੀ ਸੁਰਤ ਜਿਹੜੀ ਹੈਗੀ ਉਹੀ ਆਪਣੇ ਮਨ ਨੂੰ ਭਜਾਈ ਫਿਰਦੀ ਆ ਆਕਾਰ ਦੇ ਵਿੱਚ, ਮਾਇਆ ਦੇ ਵਿੱਚ, ਸਵਾਦਾਂ ਦੇ ਵਿੱਚ। ਬਸ ਉਸੇ ਨੂੰ ਜਿਹੜਾ ਹੈਗਾ ਲੈ ਕੇ ਆਉਣਾ, ਆਹੀ ਹੈਗਾ ਭਾਈ ਪ੍ਰੈਕਟੀਕਲ। ਔਰ ਕਿਉਂਕਿ ਸਹਾਰਾ ਲੈਣਾ ਹੈ ਸ਼ਬਦ ਦਾ, ਜੋ ਵੀ ਆਪਾਂ ਸ਼ਬਦ ਹੈਗਾ ਪਰਮੇਸ਼ਰ ਦਾ ਜੋ ਨਾਮ ਹੈ ਕੀਰਤਨ ਨਾਮ, ਉਹਦੇ ਨਾਲ ਜਿਹੜਾ ਹੈਗਾ ਸਤਨਾਮ ਕਹਿੰਦੇ ਕੀਰਤਨ ਨਾਮ ਕਥੇ ਤੇਰੀ ਜਿਹਵਾ ਸਤਨਾਮ ਤੇਰਾ ਪਰਾ ਪੂਰਬਲਾ। ਔਰ ਸਤਨਾਮ ਜਿਹੜਾ ਹੈਗਾ ਕਿਹੜਾ ਹੈ? ਸਤਨਾਮ ਤਾਂ ਉਹੀ ਹੈਗਾ ਭਾਈ, ਉਹ ਮਾਲਕ ਪਰਮਾਤਮਾ ਦਾ ਜਿਹੜਾ ਨਾਮ ਜਿਹੜੀ ਜਿਹਦੇ ਵਾਸਤੇ ਯਾਤਰਾ ਕਰ ਰਹੇ ਹਾਂ ਆਪਾਂ। ਆਵੋ ਸੰਤ ਹਾਂਜੀ ਭਾਜੀ, ਅਕਸ਼ਰੀ ਪਹਿਲਾਂ ਸ਼ੁਰੂ ਤਾਂ ਅਕਸ਼ਰ ਤੋਂ ਹੋਣਾ, ਉਹੀ ਅਕਸ਼ਰ ਜਿਹੜਾ ਅਨੁਭਵੀ ਗਿਆਨ ਬਣ ਜਾਣਾ ਤੁਹਾਡਾ, ਇਸ ਲਈ ਤੁਸੀਂ ਸ਼ਬਦ ਦੇ ਵਿੱਚ ਉਸ ਸੁਰਤ ਨੂੰ ਜੋੜ ਲੈਣਾ। ਹਾਂ, ਉਹਦੇ ਨਾਲ ਜਿਹੜਾ ਸਟਾਰਟ ਤਾਂ ਅਕਸ਼ਰ ਤੋਂ ਹੀ ਹੋਣਾ, ਮਤਲਬ ਪਹਿਲਾਂ ਤਾਂ ਮਤਲਬ ਜਿਹੜਾ ਇਹ ਆ ਕਹਿਣ ਦਾ ਮਤਲਬ ਗੱਲ ਤੁਹਾਡੀ ਸਹੀ ਹੈ, ਕਿਉਂਕਿ ਪਰਮਾਤਮਾ ਦਿਸਣ ਵਾਲੀ ਚੀਜ਼ ਨਹੀਂ, ਉਹ ਅਨੁਭਵ ਹੁੰਦਾ ਤੁਹਾਨੂੰ। ਪਰ ਸਟਾਰਟ ਤਾਂ ਅੱਖਰ ਤੋਂ ਹੀ ਹੋਣਾ। ਸਾਡਾ ਤਾਂ ਇਹੀ ਹੈ ਕਿ ਅਸੀਂ ਮੇਰੇ ਪਿਆਰਿਓ ਕਰਕੇ ਉਸ ਸਟੇਜ ਤੇ ਪਹੁੰਚਣਾ। ਬਿਲਕੁਲ ਮੇਰੇ ਪਿਆਰਿਓ, ਮਤਲਬ ਜਿਹੜਾ ਹੈਗਾ ਆਪਾਂ ਕਿੰਨੀ ਕੁ ਦੇਰ ਤੱਕ ਜਿਹੜਾ ਹੈਗਾ ਉਹ ਜਿਹੜਾ ਹੈਗਾ ਕੱਚੀ ਪਹਿਲੀ 'ਚ ਬੈਠੇ ਰਹਿਣਾ ਹੈ, ਕਿੰਨੀ ਕੁ ਦੇਰ ਤੱਕ, ਉਹ ਮੈਂ ਕਹਿ ਰਿਹਾ ਮਤਲਬ ਹਾਂ ਨਹੀਂ ਉਹ ਤਾਂ ਹੈ ਭਾਜੀ, ਪ੍ਰੋਗਰੈਸ ਹੋ ਰਹੀ ਆ, ਮਤਲਬ ਦਿਨ ਪਰ ਦਿਨ ਹਰ ਬੰਦੇ ਦੀ, ਜਿੱਦਾਂ ਕਹਿੰਦੇ ਨੇ ਕਿ ਹੌਲੀ ਹੌਲੀ ਜਿੱਦਾਂ ਮਤਲਬ ਅਸੀਂ ਕਰੀਬ ਆ ਰਹੇ ਹਾਂ ਉਸ ਨਾਲ, ਮਤਲਬ ਉਹ ਸਟੇਜ ਤੇ ਜਿੱਦਾਂ ਜਿੱਦਾਂ ਅਨੁਭਵ ਹੋਈ ਜਾਂਦਾ ਬੰਦੇ ਨੂੰ ਮਹਿਸੂਸ ਹੁੰਦਾ ਕਿ ਵੀ ਅੱਜ ਬੜਾ ਆਨੰਦ ਆ ਰਿਹਾ। ਬਸ ਠੀਕ ਹੈ, ਉਦੋਂ ਉਹਦੀ ਬਖਸ਼ਿਸ਼ ਹੋਣੀ ਆ। ਹਾਂਜੀ, ਸਟਾਰਟਿੰਗ ਉੱਥੋਂ ਹੀ ਸ਼ੁਰੂ ਕਰਨੀ ਆ। ਔਰ ਜਿਹੜਾ ਹੈਗਾ ਉਸ ਤੋਂ ਅੱਗੇ ਅੱਗੇ ਜਿਹੜਾ ਹੈਗਾ ਫਿਰ ਜਿਹੜਾ ਹੈਗਾ, ਕਿਉਂਕਿ ਇਹ ਮਨ ਦੀ ਗੇਮ ਹੈਗੀ ਆ, ਇਹ ਜਿਹੜਾ ਉਹ ਸਟਾਰਟਿੰਗ ਜਿਹੜੀ ਆਪਾਂ ਕਰ ਰਹੇ ਹਾਂ ਆਪਾਂ ਜੀਭ ਦੀ ਸਹਾਇਤਾ ਲੈ ਰਹੇ ਹਾਂ, ਮਨ ਦੀ ਖੇਡ ਮਨ ਦੀ ਹੈਗੀ ਆ। ਜੇ ਮਨ ਦੇ ਨਾਲ ਜਿਹੜਾ ਹੈਗਾ ਤੁਸੀਂ ਉਹ ਜਿਹੜਾ ਅੱਖਰ ਵਾਹਿਗੁਰੂ ਵਾਹਿਗੁਰੂ ਹਰਿ ਓਮ ਅੱਲਾ ਉਹ ਮਨ ਦੇ ਨਾਲ ਕਰੋ ਅਤੇ ਹੋਰ ਥੋੜ੍ਹਾ ਜਿਹਾ ਜਲਦੀ ਹੋ ਜਾਏਗਾ। ਔਰ ਉਸ ਤੋਂ ਬਾਅਦ ਤਾਂ ਜਿਹੜਾ ਹੈਗਾ ਸਿਰਫ ਜਿਹੜਾ ਹੈਗਾ ਇਹ ਸੁਰਤ ਔਰ ਸਿਮਰਤ ਜਿਹੜੀ ਹੈਗੀ ਆ, ਆਪਣਾ ਮਨ ਔਰ ਸੁਰਤ ਦੋਨੋਂ ਨੇ ਟਿਕ ਜਾਣਾ ਹੈ ਭਾਈ। ਕੋਈ ਬੋਲਣ ਦਾ ਕੋਈ ਕੁਛ ਨਹੀਂ, ਸੁਣਨ ਦੇ ਵਿੱਚ ਜਿਹੜਾ ਹੈਗਾ ਵਿਚਾਰਾਂ ਸੁਣ ਮੰਡਲ 'ਚ ਨਿਕਲ ਜਾਣਾ ਹੈ। ਆਹੀ ਗੇਮ ਹੈਗੀ ਹੈ ਬਸ। ਚਲੋ ਅੱਗੇ ਚੱਲੀਏ। ਉਹ ਤਾਂ ਭਾਜੀ ਹਾਂ ਤੁਹਾਡੀ ਬਿਲਕੁਲ ਗੱਲ ਠੀਕ ਆ। ਜਿੱਦਾਂ ਜਿੱਦਾਂ ਤੁਹਾਡਾ ਐਕਸਪੀਰੀਅੰਸ ਹੋ ਜਾਂਦਾ ਸ਼ਬਦ ਤੋਂ ਤੁਸੀਂ ਬੋਲਣਾ ਬੰਦ ਹੀ ਹੋ ਜਾਂਦੇ ਆ। ਜਿੱਦਾਂ ਕਹਿੰਦੇ ਨੀ ਕਿ ਚੁੱਪ ਕਰਕੇ ਕਮਰੇ ਦੇ ਵਿੱਚ ਬੈਠ ਕੇ ਤੇਰਾ ਕੰਟਰੋਲ ਆ ਕਿ ਵਿਚਾਰ ਚੱਲਣੇ ਨਹੀਂ ਚਾਹੀਦੇ। ਜਿੱਦਾਂ ਮਤਲਬ ਜਿੱਦਾਂ ਇੱਕ ਪੱਖਾ ਜੇ ਉਦਾਂ ਹੀ ਚੱਲ ਪਵੇ, ਬਿਜਲੀ ਉਹ ਵਿੱਚ ਹੈਗੀ ਆ, ਜੇ ਸਵਿਚ ਔਨ ਕਰੋ ਤਾਂ ਚੱਲਦਾ, ਜੇ ਨਹੀਂ ਤੁਸੀਂ ਸਵਿਚ ਔਨ ਕਰਦੇ ਤਾਂ ਉਹਨੂੰ ਜੇ ਉਹ ਉਦਾਂ ਹੀ ਚੱਲਣ ਲੱਗ ਪਏ ਤਾਂ ਅਸੀਂ ਕਹਿਣਾ ਇਹ 'ਚ ਨੁਕਸ ਆ। ਤੁਸੀਂ ਆਪਣੇ ਆਪ 'ਚ ਫੀਲ ਕਰੋ ਕਿ ਜੇ ਤੁਹਾਡੇ ਅੰਦਰ ਬਿਨਾਂ ਤੁਹਾਡੀ ਇਜਾਜ਼ਤ ਤੋਂ ਵਿਚਾਰ ਚੱਲਦੇ ਆ ਤਾਂ ਯੂ ਹੈਵ ਨੋ ਕੰਟਰੋਲ ਔਨ ਦੈਮ ਬਸ। ਔਰ ਇਹ ਸਟੇਜ ਤੁਸੀਂ ਜਿੱਦਾਂ ਕਹਿੰਦੇ ਆ ਮਤਲਬ ਆ ਜਾਂਦੀ ਹੈ ਭਾਜੀ। ਬਿਲਕੁਲ ਆਏਗੀ, ਬਿਲਕੁਲ ਆਏਗੀ, ਬਿਲਕੁਲ ਪ੍ਰੈਕਟੀਕਲ ਗੱਲ ਆ। ਇਹਦੇ ਵਿੱਚ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ ਸਿੰਸੀਅਰਟੀ ਚਾਹੀਦੀ ਹੈ ਬਸ, ਔਰ ਪੇਸ਼ੈਂਸ ਚਾਹੀਦਾ। ਚਲੋ ਵੀਰ ਜੀ ਅੱਗੇ ਚਲੋ ਜੀ। ਹਾਂਜੀ ਵੀਰ ਜੀ ਬਿਲਕੁਲ ਠੀਕ ਆ, ਕਿਉਂਕਿ ਪ੍ਰੈਕਟੀਕਲ ਚੀਜ਼ ਆ ਆਪਣੇ ਭਾਈ ਸਾਹਿਬ ਜੀ। ਪ੍ਰੈਕਟੀਕਲ ਆਹੀ ਤਾਂ ਪੁਆਇੰਟ ਹੈਗਾ, ਇਹੀ ਤਾਂ ਪ੍ਰੈਕਟੀਕਲ ਕਰਨਾ ਹੈ ਆਪਾਂ ਨੇ। ਇਹ ਜਿਹੜਾ ਹੈਗਾ ਬਾਣੀ ਦਾ ਗਿਆਨ ਲੈ ਕੇ ਕਾਰਵਾਈ ਤਾਂ ਆਹੀ ਹੈਗੀ ਆਪਣੀ। ਜਪ ਜਪ ਜੀਵਾ ਨਾਮ ਹੋਵੇ ਆਨੰਦ ਘਣਾ। ਜਪ ਜਪ ਜੀਵਾ ਨਾਮ, ਹੁਣ ਜਪਣਾ ਮਨ ਨਹੀਂ ਹੈਗਾ। ਜਪ ਜਪ ਜੀਵਾ ਨਾਮ, ਨਾਮ ਨੂੰ ਕੀ ਜਪ ਕੇ ਜੀਣਾ ਹੈ, ਉਹੀ ਜਿਹੜਾ ਹੈਗਾ ਆਪਾਂ ਨੇ ਧਿਆਨ ਜਾਂ ਸਮਰਨ। ਜਪ ਜਪ ਜੀਵਾ ਨਾਮ ਹੋਵੇ ਆਨੰਦ ਘਣਾ, ਮਿਥਿਆ ਮੋਹ ਸੰਸਾਰ ਝੂਠਾ ਵਿਣਸਣਾ। ਬਾਕੀ ਜੇ ਸੰਸਾਰ ਦੇ ਨਾਲ ਇਹ ਆਪਾਂ ਸੁਰਤ ਲਗਾਵਾਂਗੇ, ਆਪਣੀ ਮਨ ਸੰਸਾਰ ਦੇ ਵਿੱਚ ਰਵਾਂਗੇ ਤੇ ਇਹ ਝੂਠਿਆ ਪਾਏ ਇਹਨੇ ਵਿਣਸ ਜਾਣਾ, ਆਪਾਂ ਵੀ ਵਿਣਸ ਜਾਣਾ ਆਕਾਰ ਦੇ ਨਾਲ। ਚਰਨ ਕਮਲ ਸੰਗ ਨੇਹ ਕਿਨੇ ਵਿਰਲੇ ਲਾਇਆ। ਹੁਣ ਫਿਰ ਚਰਨ ਕਮਲ ਆ ਗਏ ਭਾਈ। ਚਰਨ ਕਮਲ ਕੀ ਹੈਗੇ? ਚਰਨ ਕਮਲ ਹੈਗੇ ਉਹ ਮਾਲਕ ਪਰਮਾਤਮਾ ਨੂੰ ਸਮਰਨ ਕਰਨਾ, ਉਹਨੂੰ ਮਾਲਕ ਨੂੰ ਆਪਣੇ ਨਾਲ ਜਾਣਨਾ। ਮਾਲਕ ਨੂੰ ਉਹ ਹੈ, ਜੇ ਆਪਾਂ ਉਹਨੂੰ ਯਾਦ ਕਰ ਰਹੇ, ਯਾਦ ਹੈ ਮਾਲਕ, ਤੇ ਚਰਨ ਕਮਲ ਆਪਾਂ ਫੜੇ ਹੋਏ। ਜਿੱਥੇ ਜਿਹੜਾ ਹੈਗਾ ਯਾਦ ਗਈ ਚਰਨ ਕਮਲ ਚਲੇ ਗਏ, ਜਿੱਥੇ ਸਿਮਰਨ ਚਲਾ ਗਿਆ ਚਰਨ ਕਮਲ ਗਏ।
ਚਰਨ ਕਮਲ ਸੰਗ ਨਿਓ। ਬਾਣੀ ਤਾਂ ਆਹੀ ਕੁਛ ਤਾਂ ਕਹਿ ਰਹੀ ਆ, ਆਹੀ ਕਾਰਵਾਈ, ਇਹੀ ਤਾਂ ਪ੍ਰੈਕਟੀਕਲ ਹੈਗਾ। ਪਾਲ ਪਾਲ ਇੱਕ ਇੱਕ ਲਾਈਨ ਇੱਕ ਇੱਕ ਇਹੀ ਗੱਲ ਕਹੂਗੀ ਬਸ। ਐਕਸ਼ਨ ਤਾਂ ਆਹੀ ਦੀ ਆਹੀ ਹੈਗੀ ਆ। ਚਰਨ ਕਮਲ ਸੰਗ ਨਿਓ ਕਿਨੇ ਵਿਰਲੇ ਲਾਇਆ। ਕਿਉਂਕਿ ਇਹ ਜਿਹੜਾ ਹੈਗਾ, ਕਿਉਂਕਿ ਕੋਈ ਦਿਸਣ ਵਾਲਾ, ਕੋਈ ਆਕਾਰ, ਕੋਈ ਇਹਦੇ ਵਿੱਚ ਜਿਹੜਾ ਸਿਲ ਲੂਣੀ ਚੱਟਣ ਵਾਲੀ ਗੱਲ ਹੈਗੀ ਆ। ਕੋਈ ਟਾਵਾਂ ਜਿਹੜਾ ਹੈਗਾ, ਵਿਰਲਾ ਜਿਹੜਾ ਹੈਗਾ, ਇਹ ਪ੍ਰੈਕਟੀਕਲ ਕਰਦਾ। ਚਰਨ ਕਮਲ ਸੰਗ ਨਿਓ ਕਿਨੇ ਵਿਰਲੇ ਲਾਇਆ। ਚਰਨ ਕਮਲ ਦੇ ਨਾਲ ਨਿਓ ਕੀ ਹੈਗਾ ਬਈ ਮੈਂ ਜਿਹੜਾ ਹੈਗਾ ਬੈਠਣਾ ਹੈ ਸੁਣ ਦੇ ਵਿੱਚ। ਮੈਂ ਜਿਹੜਾ ਹੈਗਾ ਆਪਣੇ ਮਨ ਨੂੰ ਜਿਹੜਾ ਹੈਗਾ ਸੁਰਤ ਦੇ ਨਾਲ ਜੋੜਨਾ ਹੈ। ਆਇਆ ਚਰਨ ਕਮਲ ਸੰਗ ਨਿਓ। ਇਹ ਪ੍ਰੈਕਟੀਕਲ ਪ੍ਰੈਕਟੀਕਲ ਕਰਨ ਦੇ ਵਾਸਤੇ ਕੋਈ ਜਿਹੜਾ ਹੈਗਾ ਇੰਟਰਸਟਿਡ ਹੀ ਨਹੀਂ ਹੁੰਦੀ ਲੁਕਾਈ ਤਾਂ। ਕੋਈ ਵਿਰਲਾ ਜਿਹੜਾ ਕਹਿੰਦਾ ਇਹ ਕੰਮ ਕਰਦਾ, ਇਹ ਪ੍ਰੈਕਟੀਕਲ ਕਰਦਾ ਹੈ। ਚਰਨ ਕਮਲ ਸੰਗ ਨਿਓ ਕਿਨੇ ਵਿਰਲੇ ਲਾਇਆ। ਬਸ ਬਾਕੀ ਤਾਂ ਜਿਹੜਾ ਹੈਗਾ ਆਪਾਂ ਨੂੰ ਜੋ ਜਿੰਨਾ ਮਰਜ਼ੀ ਜਿਹੜਾ ਹੈਗਾ ਗਿਆਨ ਨੂੰ ਜਿੰਨਾ ਮਰਜ਼ੀ ਲੈ ਲਓ, ਗਿਆਨ ਨੂੰ ਲੈ ਲਓ, ਔਰ ਜਿਹੜਾ ਹੈਗਾ ਹੋਰ ਕੀਰਤਨ ਸੁਣ ਲਓ, ਕਿਤੇ ਤੀਰਥ 'ਤੇ ਚਲੇ ਜਾਓ, ਜੋ ਮਰਜ਼ੀ ਜਿੰਨਾ ਮਰਜ਼ੀ ਕਰ ਲਓ। ਚਰਨ ਕਮਲ ਸੰਗ ਨਿਓ ਕਿਨੇ ਵਿਰਲੇ ਲਾਇਆ। ਧਨ ਸੁਹਾਵਾ ਮੁਖ ਜਿਨੇ ਹਰ ਧਿਆਇਆ। ਹੁਣ ਮੁੱਖ ਦੇ ਉੱਤੇ ਜਿਹੜਾ ਆਪਾਂ ਨੇ ਮੂੰਹ ਲੈ ਲੈਣਾ ਹੈ। ਮੁੱਖ ਦੇ ਖੱਖੇ ਨੂੰ ਔਂਕੜ ਲੱਗੀ ਹੋਈ ਆ। ਧਨ ਸੁਹਾਵਾ ਮੁਖ ਜਿਨੇ ਹਰ ਧਿਆਇਆ। ਮੁੱਖ ਦਾ ਮਤਲਬ ਹੈ ਉਹ ਜੀਵ, ਉਹ ਇਨਸਾਨ। ਤਾਨਿਆ ਕਹਿੰਦੇ ਜਿਨੇ ਮਾਲਕ ਨੂੰ ਧਿਆਨ ਕੀਤਾ। ਧਿਆਇਆ ਕੀ ਹੈਗਾ? ਧਿਆਨ ਕਰਨਾ। ਗੱਲ ਤਾਂ ਉਸੇ ਛੋਟੀ ਜਿਹੀ ਗੱਲ ਦੇ ਉੱਤੇ ਆ ਜਾਣੀ ਹੈ ਘੁੰਮ ਫਿਰ ਕੇ। ਧਨ ਸੁਹਾਵਾ, ਜਪ ਵੀ ਉਸੇ ਤੇ ਆਉਣਾ ਹੈ, ਸਿਮਰਨ ਵੀ ਉਸੇ ਤੇ ਆਉਣਾ, ਔਰ ਧਿਆਨ ਵੀ ਆਉਣਾ। ਧਿਆਨ ਲਾਸਟ ਧਿਆਨ ਵਾਲੀ ਗੱਲ ਹੈ ਵੀ ਧਿਆਨ ਲੱਗ ਗਿਆ। ਹੁਣ ਵਿਚਾਰ ਨਹੀਂ ਆ ਗਏ ਕੰਟਰੋਲ ਦੇ ਵਿੱਚ ਵਿਚਾਰ। ਚਰਨ ਕਮਲ ਸੰਗ ਨਿਓ ਕਿਨੇ ਵਿਰਲੇ ਲਾਇਆ। ਧਨ ਸੁਹਾਵਾ ਮੁਖ ਜਿਨੇ ਹਰ ਧਿਆਇਆ। ਕਹਿੰਦੇ ਉਹ ਇਨਸਾਨ ਦੇ ਜਾਮੇ ਦੇ ਵਿੱਚ ਕਹਿੰਦੇ ਆ ਤਾਨਿਆ ਪਾਏ। ਤਾਨਿਆ ਸੁਹਾਵਾ ਆ, ਸੋਹਣਾ ਹੈਗਾ ਭਾਈ। ਉਹ ਇਨਸਾਨ ਖੁਸ਼ਹਾਲ ਰਹੇਗਾ ਜਿਸਨੇ ਮਾਲਕ ਦਾ ਧਿਆਨ ਕੀਤਾ, ਜਿਨੇ ਹਰ ਧਿਆਇਆ। ਜਨਮ ਮਰਨ ਦੁੱਖ ਕਾਲ ਸਿਮਰਤ ਮਿਟ ਜਾਵਈ। ਜਨਮ ਮਰਨ ਦੁੱਖ ਕਾਲ, ਦੇਖੋ ਕਿੰਨਾ ਕਹਿ ਰਹੇ। ਜਨਮ ਮਰਨ ਦਾ ਦੁੱਖ ਕਾਲ ਸਾਰਾ ਦਾ ਸਾਰਾ ਸਿਮਰਤ ਮਿਟ ਜਾਵਈ। ਫਿਰ ਸਿਮਰਨ ਆ ਗਿਆ। ਉਹ ਮਾਲਕ ਸਮਰਨਿਆ, ਮੇਰੇ ਨਾਲ ਆ ਮਾਲਕ ਪਰਮਾਤਮਾ। ਜਨਮ ਮਰਨ ਦੁੱਖ ਕਾਲ ਸਿਮਰਤ ਮਿਟ ਜਾਵਈ। ਨਾਨਕ ਕੇ ਸੁਖ ਸੋਏ ਜੋ ਪ੍ਰਭ ਪਾਵਈ। ਔਰ ਫਿਰ ਅੱਗੇ ਜਿਹੜਾ ਹੈਗਾ ਮਾਲਕ ਨੂੰ ਕਹਿੰਦੇ ਜਿਹੜਾ ਪਾਉਂਦਾ ਹੈ ਮੇਰੇ ਤਾਂ ਉਹੀ ਸੁੱਖ ਹੈਗਾ ਭਾਈ। ਨਾਨਕ ਦੇ ਕੱਕੇ ਨੂੰ ਔਂਕੜ ਹੈਗੀ, ਕਹਿ ਲੱਗ ਗਿਆ, ਇਸ ਕਰਕੇ ਔਂਕੜ ਉੱਡ ਗਈ। ਪੰਜਵੀਂ ਪਾਤਸ਼ਾਹੀ ਕਹਿ ਰਿਹਾ ਵੀ ਮੈਨੂੰ ਤਾਂ ਮੇਰੇ ਤਾਂ ਆਹੀ ਸੁੱਖ ਹੈਗਾ ਭਾਈ। ਜੋ ਮੇਰੇ ਮਾਲਕ ਨੂੰ ਪਾਉਂਦਾ ਹੈ ਮੈਂ ਤਾਂ ਉਹਦੀ ਰਜ਼ਾ ਦੇ ਵਿੱਚ, ਮੈਨੂੰ ਤਾਂ ਉਹਦੀ ਰਜ਼ਾ 'ਚ ਹੀ ਸੁੱਖ ਹੈਗਾ। ਔਰ ਮਾਲਕ ਦੀ ਰਜ਼ਾ ਕੀ ਹੈ? ਜਨਮ ਮਰਨ ਦੁੱਖ ਕਾਲ ਸਿਮਰਤ ਮਿਟ ਜਾਵਈ। ਆਇਆ ਭਾਈ ਸਿਮਰਨ ਸਮਰਨ। ਹਰੇਕ ਦੇਖੋ ਆਪਾਂ ਨੇ 4 ਬੰਦ ਲਏ, 4 ਬੰਦਾਂ ਦੇ ਵਿੱਚ ਇੱਕੋ ਹੀ ਗੱਲ ਘੁਮਾ ਫਿਰਾ ਕੇ ਉਹੀ ਗੱਲ ਕਹਿ ਰਿਹਾ ਵੀ ਮਾਲਕ ਨੂੰ ਸਮਰਨ ਕਰ, ਉਹਦਾ ਧਿਆਨ ਕਰ, ਉਹਦਾ ਜਪ ਕਰ, ਔਰ ਮਨ ਦੇ ਨਾਲ ਕਰਨਾ ਹੈ। ਮਨ ਜਿਹੜਾ ਹੈਗਾ ਨਾਲ ਹੋਣਾ ਚਾਹੀਦਾ ਹੈ। ਤਨ ਜਿਹੜਾ ਹੈਗਾ ਇਹਦੀ ਸਹਾਇਤਾ ਲੈ ਸਕਦੇ ਹੋ, ਪਰ ਮਨ ਨਾਲ ਹੋਣਾ ਚਾਹੀਦਾ। ਆਪਾਂ ਖਾਲੀ ਤਨ ਦੀ ਜਿਹੜੀ ਹੈਗੀ ਆਪਾਂ ਸੋਚਦੇ ਹਾਂ ਤਨ ਦੇ ਨਾਲ ਹੀ ਕਰ ਲਈਏ। ਆਸਾ ਮਹਲਾ ਪੰਜਵਾਂ। ਆਵੋ ਮੀਤ ਇਕੱਤਰ ਹੋਏ, ਰਸ ਕਸ ਸਭ ਪੁੰਛੈ ਲਓ। ਕਹਿੰਦੇ ਮਿੱਤਰੋ ਆ ਜਾਓ ਆਪਾਂ ਰਲ ਕੇ ਜਿਹੜੇ ਹੈਗੇ ਰਸ ਕਸ, ਕਹਿੰਦੇ ਪਦਾਰਥ, ਦੁਨੀਆ ਦੇ ਰਸਾਂ ਕਸਾਂ ਦੇ ਵਿੱਚ, ਦੁਨੀਆ ਦੇ ਚੋਗੇ ਦੇ ਉੱਤੇ, ਦੁਨੀਆ ਦੇ ਪਦਾਰਥਾਂ ਦੇ ਉੱਤੇ ਜਿਹੜੇ ਹੈਗੇ ਆ ਜਿਹੜਾ ਹੈਗਾ ਆਪਾਂ ਕਹਿੰਦੇ ਆਓ ਤੁਹਾਨੂੰ ਜਿਹੜੇ ਹੈਗੇ ਸਾਰੇ ਰਸਕਸ ਜਿਹੜੇ ਦੁਨੀਆ ਦੇ ਜਿੱਥੇ ਤੁਸੀਂ ਕਮਲੇ ਹੋਏ ਫਿਰਦੇ ਹੋ ਉਹ ਜਿਹੜੇ ਹੈਗੇ ਉਹਨਾਂ ਦਾ ਸਵਾਦ ਦਵਾਂ। ਸਾਰੇ ਰਸਕਸ ਉਹਦੇ ਵਿੱਚ ਆ ਜਾਣਗੇ, ਉਸ ਅੰਮ੍ਰਿਤ ਰਸ ਦੇ ਵਿੱਚ। ਅਗਲੀ ਲਾਈਨ ਕਹਿ ਰਹੀ ਹੈ ਅੰਮ੍ਰਿਤ ਨਾਮ ਹਰ ਹਰ ਜਪਹਿ ਮਿਲ ਪਾਪਾ ਮੁੰਛੈ।
ਹੁਣ ਇੱਥੇ ਫਿਰ ਆ ਗਿਆ ਦੇਖੋ, ਅੰਮ੍ਰਿਤ ਨਾਮ ਔਰ ਹਰ ਹਰ ਜਪੇ। ਆਪਾਂ ਨੇ ਫਿਰ ਫਿਜ਼ੀਕਲ ਇਹਨੂੰ ਲਾ ਦੇਣਾ, ਬਸ ਬਈ ਮੂੰਹ ਦੇ ਨਾਲ ਜਿਹੜਾ ਹੈਗਾ ਜਪ ਲਈਏ ਤੇ ਗੱਲ ਬਣ ਜਾਏਗੀ। ਨਾ, ਅੰਮ੍ਰਿਤ ਨਾਮ ਉਹੀ ਹੈ ਨਾਮ, ਨੌ-ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਜਪਣਾ ਕੀ ਹੈਗਾ? ਜਪਣਾ ਹੈਗਾ ਹੁਣ ਇਹਦੇ ਵਾਸਤੇ ਮਾਲਕ ਦਾ ਧਿਆਨ ਕਰਨਾ ਹੈ, ਮਾਲਕ ਦਾ ਸਿਮਰਨ ਕਰਨਾ ਹੈ। ਇਹ ਜਪਣਾ ਹੈਗਾ, ਸਟਾਰਟਿੰਗ ਪੁਆਇੰਟ ਆਹੀ ਹੈਗਾ। ਔਰ ਇਸੇ ਦੇ ਨਾਲ ਪਾਪ ਜਿਹੜੇ ਹੈਗੇ ਕੀਤੇ ਹੋਏ ਮੁੰਚੇ, ਮਤਲਬ ਉਹਨਾਂ ਨੂੰ ਖਤਮ ਕਰ ਦਈਏ। ਇਸੇ ਦੇ ਨਾਲ ਪਾਪ ਜਾਣੇ, ਕਿਉਂਕਿ ਮਨ ਦੇ ਸੰਸਕਾਰ ਜਿਹੜੇ ਹੈਗੇ, ਕਿਉਂਕਿ ਉਹਨੇ ਭੁੱਲ ਜਾਣਾ ਹੈ ਮਨ ਨੇ। ਮਨ ਪਰਮਾਤਮਾ ਦੇ ਨਾਲ ਚਲਾ ਗਿਆ, ਸੁਰਤ ਦੇ ਵਿੱਚ ਚਲਾ ਗਿਆ। ਸੁਰਤ ਜਿਹੜੀ ਹੈਗੀ ਉਹ ਮਾਲਕ ਪਰਮਾਤਮਾ ਦੀ ਯਾਦ ਦੇ ਵਿੱਚ ਹੈ, ਮਾਲਕ ਨੂੰ ਅੰਗ ਸੰਗ ਦੇਖ ਰਹੀ ਹੈ, ਉਹ ਤਾਂ ਅੰਗ ਸੰਗ ਮਹਿਸੂਸ ਕਰ ਰਹੀ ਹੈ। ਬਸ ਉਹ ਫਿਰ ਜਿਹੜਾ ਹੈਗਾ, ਫਿਰ ਉਹਦੇ ਸੰਸਕਾਰ ਤਾਂ ਭੁੱਲ ਗਈ। ਉਹ ਜਿਹੜੇ ਪਾਸੇ ਨੂੰ ਜਾਣਾ ਸੀ, ਦੁਨੀਆ ਦੇ ਰਸਕਸ ਦੇਖਣੇ ਸੀ, ਆਹ ਟਾਈਮ ਮੈਂ ਤਾਂ ਆਹ ਦੇਖਣਾ ਸੀਗਾ, ਉਹ ਕਾਰਵਾਈ, ਆਹ TV ਦੇਖਣਾ ਸੀ, ਆਹ ਇੱਥੇ ਦੇਖਣਾ ਸੀਗਾ, ਉਹ ਉੱਧਰ ਜਿਹੜਾ ਉਹ ਤਾਂ ਧਿਆਨ ਲੱਗ ਗਿਆ, ਉਹਦਾ ਮਾਲਕ ਪਰਮਾਤਮਾ ਵੱਲ ਸਮਰਨ ਲੱਗ ਗਿਆ, ਬਾਪ ਭੁੱਲ ਗਿਆ ਉਹ। ਇਸ ਤਰੀਕੇ ਦੇ ਨਾਲ ਜਿਹੜੇ ਹੈਗੇ ਸੰਸਕਾਰ ਚਲੇ ਜਾਂਦੇ ਆ। ਆਵੋ ਮੀਤ ਇਕੱਤਰ ਹੋਏ, ਰਸ ਕਸ ਸਭ ਪੁੰਚੈ, ਅੰਮ੍ਰਿਤ ਨਾਮ ਹਰ ਹਰ ਜਪੈ, ਮਿਲ ਪਾਪਾ ਮੁੰਚੈ। ਤਤ ਵਿਚਾਰੋ ਸੰਤ ਜਨੋ, ਤਾਂ ਤੇ ਬਿਗਨ ਨਾ ਲਾਗੇ। ਆਹੀ ਤਾਤਿਆ ਪਿਆਰਿਓ, ਆਹੀ ਤਤ ਹੈਗਾ, ਆਹੀ ਤਾਤਿਆ ਤਤ, ਆਹੀ ਤਾਤਿਆ। ਦੁਨੀਆ ਦੇ ਵਿੱਚ ਬਾਕੀ ਕੀ ਹੈਗਾ? ਬਾਕੀ ਤਾਂ ਆਪਾਂ ਨੇ ਸਾਰਾ ਕੁਝ ਜਿਹੜਾ ਹੈਗਾ, ਜਨਮ ਲੈ ਲਿਆ, ਜਿਹੜਾ ਹੈਗਾ ਬਚਪਨ ਗੁਜ਼ਰ ਗਿਆ ਖੇਡਾਂ 'ਚ, ਪੜ੍ਹਾਈ ਦੇ ਵਿੱਚ, ਬਾਕੀ ਜਿਹੜਾ ਕਾਰਗ੍ਰਿਸ਼ਤੀ ਬਣਾ ਲਈ, ਉਹ ਬਾਕੀ ਆਪਣਾ ਸਾਰਾ ਇਕੱਠਾ ਕਰ ਲਿਆ, ਸਾਰਾ ਕੁਝ, ਸਾਰਾ ਜਿਹੜੀ ਹੈਗੀ ਕੁਆਲੀਫਿਕੇਸ਼ਨ ਲੈ ਲਈ ਵੱਡੀ ਤੋਂ ਜ਼ਿਆਦਾ। ਫਾਈਨਲੀ ਕੀ ਹੋ ਗਿਆ? ਡਿਸਪੋਜ਼, ਸਰੀਰ ਦੇ ਨਾਲ ਹੀ ਡਿਸਪੋਜ਼ ਹੋ ਗਿਆ ਆਪਾਂ, ਤੇ ਆਪਣਾ ਤਾਂ ਨਾਮ ਵੀ ਨਹੀਂ ਕਿਤੇ ਕੋਈ ਜਾਣਦਾ ਦੁਨੀਆ ਦੇ ਵਿੱਚ। ਫਿਰ ਤੱਤ ਕੀ ਹੈਗਾ ਇਹਦੇ ਵਿੱਚ? ਆਖੇੜ ਦੇ ਵਿੱਚ ਤੱਤ ਵਸਤੂ ਕੀ ਹੈਗੀ ਆ? ਵਿਚਾਰੀਏ ਤਾਂ ਸਹੀ ਨਾ ਇਸ ਚੀਜ਼ ਨੂੰ। ਮਹਾਰਾਜ ਤਾਂ ਕਹਿੰਦੇ ਤੱਤ ਵਿਚਾਰੋ ਸੰਤ ਜਨੋ। ਬਈ ਤੁਸੀਂ ਕਾਹਦੇ ਵਾਸਤੇ ਜਿਹੜਾ ਹੈਗਾ, ਆਪਾਂ ਜਿਹੜੇ ਹੈਗੇ ਚੋਗੇ ਦੇ ਉੱਤੇ ਜਿਹੜਾ ਟਰੈਪ ਹੋ ਰਹੇ। ਤੱਤ ਵਿਚਾਰੋ ਸੰਤ ਜਨੋ, ਤਾਂ ਤੇ ਬਿਗਨ ਨਾ ਲਾਗੇ। ਕਹਿੰਦੇ ਫਿਰ ਬਿਗਨ ਨਹੀਂ ਲੱਗੂਗੀ ਪਾਏ, ਫਿਰ ਰੁਕਾਵਟ ਨਹੀਂ ਆਏਗੀ। ਜੇ ਤੁਸੀਂ ਤੱਤ ਵਸਤੂ ਵੱਲ ਚੱਲ ਪਏ ਤੇ ਮਾਲਕ ਤਾਂ ਇਸੇ ਵਾਸਤੇ ਤਾਂ ਖੇਡ ਪਾਈ ਹੈ ਮਾਲਕ ਨੇ, ਆਹੀ ਤਾਂ ਚਾਹੁੰਦਾ ਹੈ ਮਾਲਕ ਪਰਮਾਤਮਾ। ਤਤ ਵਿਚਾਰੋ ਸੰਤ ਜਨੋ, ਤਾਂ ਤੇ ਬਿਗਨ ਨਾ ਲਾਗੈ, ਖੀਨ ਪਏ ਸਭ ਤਸਕਰਾ, ਗੁਰਮੁਖ ਜਨ ਜਾਗੈ। ਆਹ ਹੁਣ ਆਪਾਂ ਕੀ ਕਰ ਰਹੇ ਹਾਂ? ਆਪਾਂ ਗੁਰੂ ਦੇ ਮੁਖ ਤੋਂ ਜੋ ਗਿਆਨ ਆ ਰਿਹਾ ਹੈ, ਆਪਣਾ ਮੁਖ ਗੁਰੂ ਵੱਲ ਨੂੰ ਲਾ ਰਹੇ ਹਾਂ। ਗੁਰੂ ਵੱਲ, ਗੁਰੂ ਜੋ ਕਹਿ ਰਿਹਾ, ਜੋ ਗਿਆਨ ਕਹਿ ਰਿਹਾ, ਆਪਾਂ ਉਸ ਗਿਆਨ ਨੂੰ ਲੈ ਰਹੇ ਹਾਂ, ਆਪਾਂ ਜਾਗ ਰਹੇ ਹਾਂ ਗੁਰੂ ਦੇ ਦੁਆਰਾ। ਖੀਨ ਪਏ ਸਭ ਤਸਕਰਾ, ਇਸ ਤਰ੍ਹਾਂ ਜਿਹੜੇ ਹੈਗੇ ਤਸਕਰ ਜਿਹੜੇ ਹੈਗੇ, ਇਹ ਤਸਕਰ ਕਹਿੰਦੇ ਚੋਰ। ਜੇ ਨਹੀਂ ਆਪਾਂ ਜਿਹੜੇ ਹੈਗੇ, ਮੰਨ ਲਓ ਆਪਾਂ ਨੇ ਛੱਡ ਦਿੱਤਾ ਆਪਣੇ ਮਨ ਨੂੰ, ਸੁਰਤ ਨੂੰ ਜਿਹੜਾ ਹੈਗਾ ਖੁੱਲਾ ਛੱਡ ਦਿੱਤਾ ਮਨ ਨੂੰ, ਸੁਰਤ ਨੇ ਜਿਹੜਾ ਨਿਕਲ ਜਾਣਾ, ਤਸਕਰਾਂ ਨੇ ਲੈ ਲੈਣਾ, ਫੜ ਲੈਣਾ, ਲਾ ਲੈਣਾ ਆਪਣੇ ਨਾਲ। ਮਨ ਵੀ ਚੱਲਿਆ ਨਾਲ, ਮਨ ਨੂੰ ਪਦਾਰਥ ਚੋਗੇ ਸਾਰੇ ਦਿਖਾਣੇ ਉਹਨਾਂ ਨੇ, ਸਾਰਾ ਦਾ ਸਾਰਾ ਮੀਨੂ ਜਿਹੜਾ ਹੈਗਾ ਉਹਦੇ ਅੱਗੇ ਰੱਖ ਦੇਣਾ। ਅੱਖਾਂ ਨੇ ਰੱਖਣਾ ਹੈ, ਜੀਭ ਨੇ ਰੱਖਣਾ, ਸਾਰੀਆਂ ਇੰਦਰੀਆਂ ਨੇ, ਗਿਆਨ ਇੰਦਰੀਆਂ ਨੇ ਆਪਣਾ ਜਿਹੜਾ ਹੈਗਾ ਤਰ੍ਹਾਂ ਦੇ ਜਿਹੜੇ ਹੈਗੇ, ਇਹ ਜਿਹੜਾ ਹੈਗਾ ਹਾਵ ਭਾਵ ਕਰਕੇ ਦਿਖਾ ਦੇਣੇ ਸਾਰੇ ਦੇ ਸਾਰੇ। ਖੀਨ ਪਾਏ ਸਭ ਤਸਕਰਾ, ਗੁਰਮੁਖ ਜਨ ਜਾਗੇ। ਜਨ ਲਿਖਿਆ ਹੋਇਆ ਉਹ ਜਨ ਹੋ ਜਾਂਦਾ ਹੈ ਪਾਏ। ਜਾਗਣਾ ਹੈਗਾ ਗੁਰੂ ਦੇ ਦੁਆਰਾ। ਆ ਗੁਰੂ ਦੀ ਮਾਤਿਆ, ਆਹੀ ਗੁਰੂ ਹੈ ਆਪਣਾ, ਇਸੇ ਦੇ ਦੁਆਰਾ ਆਪਾਂ ਨੇ ਜਾਗਣਾ। ਰਹਾਓ ਗਿਆਨ ਹੀ ਜਗਾ ਸਕਦਾ ਹੈ, ਹੋਰ ਕਿਵੇਂ ਜਗਾ ਸਕਦੇ ਹਾਂ ਪਾਏ? ਹੋਰ ਹਨੇਰੇ ਦੇ ਵਿੱਚੋਂ ਆਪਾਂ ਨੂੰ ਕੌਣ ਕੱਢ ਸਕਦਾ? ਪ੍ਰਕਾਸ਼ ਚਾਹੀਦਾ ਹੈ, ਗਿਆਨ ਪ੍ਰਕਾਸ਼ ਚਾਹੀਦਾ ਹੈ, ਗਿਆਨ ਚਾਹੀਦਾ ਹੈ, ਬ੍ਰਹਮ ਗਿਆਨ ਚਾਹੀਦਾ ਹੈ। ਬੁੱਧ ਗਰੀਬੀ ਖਰਚ ਲਿਓ, ਹਉਮੈ ਬਿਖ ਜਾਰੋ। ਦੇਖੋ ਕੀ ਕਹਿ ਰਿਹਾ ਗਿਆਨ। ਕਹਿੰਦੇ ਪਿਆਰਿਆ, ਬੁੱਧੀ ਦੇ ਨਾਲ ਕੰਮ ਕਰੀ, ਭਾਵਨਾ ਦੇ ਨਾਲ ਨਾ ਕੰਮ ਕਰੀ, ਪਹਿਲੀ ਗੱਲ। ਦੂਸਰੀ ਚੀਜ਼ ਹੈਗੀ ਵੀ ਨਿਮਰਤਾ ਦੇ ਨਾਲ ਰਹੀ, ਗਰੀਬੀ ਦੇ ਨਾਲ ਬੁੱਧੀ ਯੂਜ਼ ਕਰੀ, ਆਪਣੇ ਆਪ ਨੂੰ 30 ਮਾਰਖਾ ਨਾ ਸਮਝੀ। ਬੁੱਧ ਗਰੀਬੀ ਖਰਚ ਲਿਓ, ਆ ਖਰਚ ਨਾਲ ਰੱਖ, ਆਪਣੇ ਵਿਵੇਕ ਬੁੱਧੀ ਨਾਲ ਰੱਖ, ਗੁਰੂ ਦੀ ਮੱਤ ਨਾਲ ਰੱਖ। ਹਉਮੈ ਜਿਹੜੀ ਆਪਣੀ ਜਿਹੜੀ ਹੈਗੀ ਈਗੋ, ਇਹ ਜ਼ਹਿਰ ਹੈਗੀ ਆ, ਇਹਨੂੰ ਸਾੜ ਦੇ। ਬੁੱਧ ਗਰੀਬੀ ਖਰਚ ਲਿਓ, ਹਉਮੈ ਬਿਖ ਜਾਰੋ, ਸਾਚਾ ਹਟ
ਪੂਰਾ ਸੌਦਾ ਵਖਰ ਨਾਮ ਵਪਾਰੋ। ਇਹ ਕਹਿੰਦੇ ਇਹ ਸੱਚੀ ਹੱਟ ਆ ਪਿਆਰਿਓ, ਇਹ ਸੱਚੀ ਹੱਟ ਆ ਮਾਲਕ ਪਰਮਾਤਮਾ ਦੀ। ਇਹ ਸੱਚ ਦੇ ਨਾਲ, ਸੱਚ ਆਪਾਂ ਨੂੰ ਸੱਚ ਦੇ ਨਾਲ ਜੋੜਦੀ, ਸੱਚ ਦਾ ਰੂਪ ਕਰ ਦਿੰਦੀ ਹੈ, ਆਪਾਂ ਨੂੰ ਅਬਨਾਸੀ ਕਰ ਦੋਗੀ ਜੋ ਆਪਾਂ ਹੈਗੇ ਆ। ਇਹ ਪ੍ਰਕਿਰਤੀ ਦੀ ਕੈਦ ਚੋਂ ਆਪਾਂ ਨੂੰ ਬਾਹਰ ਕਰ ਦੇਗੀ। ਇਹ ਆਕਾਰ ਜੋ ਸੌਦਾ ਚੋਗਾ ਇਸ ਤੋਂ ਜਿਹੜਾ ਹੈਗਾ ਆਪਾਂ ਨੂੰ ਚੌਕਸ ਕਰ ਦੇਗੀ। ਸਾਚਾ ਹੱਟ ਪੂਰਾ ਸੌਦਾ, ਇਹ ਪੂਰਾ ਸੌਦਾ ਹੈ ਇਸ ਹੱਟੀ ਦੇ ਉੱਤੇ। ਕੀ ਆ ਸਾਚਾ ਹੱਟ ਤੇ ਪੂਰਾ ਸੌਦਾ? ਕੀ ਹੈ? ਵਖਰ ਨਾਮ ਵਪਾਰੋ। ਆਇਆ ਭਾਈ ਵਖਰ, ਵਪਾਰ, ਸੌਦਾ, ਆਇਆ ਸੌਦਾ। ਇਹਦੇ ਵਾਸਤੇ ਕੀ ਕਰਨਾ ਪੈਣਾ ਹੈ ਆਪਾਂ ਨੂੰ? ਕੀ ਦੇਣਾ ਪੈਣਾ ਹੈ ਇਹਦੇ ਵਾਸਤੇ? ਖਰੀਦਣਾ ਵਾਸਤੇ ਹੱਟ ਹੈਗੀ ਆ, ਹੱਟੀ ਹੈਗੀ ਆ। ਹੱਟੀ ਤੇ ਉਹ ਨਹੀਂ ਮਿਲਦਾ ਕੋਈ ਚੀਜ਼। ਸਾਚਾ ਹੱਟ ਇਹ ਸੱਚੀ ਪਰਮਾਤਮਾ ਦੀ ਹੱਟੀ ਹੈਗੀ। ਗੁਰੂ ਲਾ ਕੇ ਬੈਠਾ ਹੈ ਹੱਟੀ। ਸਾਚਾ ਹੱਟ ਪੂਰਾ ਸੌਦਾ ਵਖਰ ਨਾਮ ਵਪਾਰੋ। ਜਿਉ ਪਿੰਡ ਧਨ ਅਰਪਿਆ ਸਈ ਪਤਵੰਤੇ। ਆ ਲਓ ਆ ਗਿਆ ਭਾਈ। ਕੀ ਉੱਥੇ ਅਰਪਣ ਕੀ ਕਰਨਾ ਹੈ? ਕਿਵੇਂ ਮਿਲਣਾ ਹੈ ਸੌਦਾ? ਇਹ ਜਿਉ ਵੀ, ਇਹ ਪਿੰਡ ਵੀ, ਸਰੀਰ ਵੀ, ਔਰ ਜਿਹੜਾ ਧਨ ਵੀ। ਅਰਪਿਆ ਸਈ ਪਤਵੰਤੇ। ਹੁਣ ਮਾਲਕ ਨੂੰ ਇਹ ਧਨ ਥੋੜ੍ਹੀ ਨਾ ਆਪਾਂ ਨੂੰ ਚਾਹੀਦਾ। ਮਾਲਕ ਨੂੰ ਧਨ ਕਿਵੇਂ ਅਰਪਣਾ? ਭਾਈ ਧਨ ਨੂੰ ਜਿਹੜਾ ਹੈਗਾ ਯੂਜ਼ ਕਰ, ਜਿੰਨਾ ਕੁ ਤੇਰੀ ਜ਼ਰੂਰਤ ਹੈਗੀ ਉਸ ਤੋਂ ਅੱਗੇ ਜਿਹੜਾ ਹੈਗਾ ਉਹਨੂੰ ਯੂਜ਼ ਕਰ ਦੇ। ਉਹਨੂੰ ਦੇਖ ਤੇਰੇ ਕੋਲ ਕਿੰਨੇ ਜਿਹੜੇ ਹੈਗੇ ਮਾਲਕ ਪਰਮਾਤਮਾ ਜਿਹੜਾ ਹੈਗਾ ਕਿੰਨੇ ਰੂਪ ਦੇ ਵਿੱਚ ਤੇਰੇ ਸਾਹਮਣੇ ਆ ਰਿਹਾ ਹੈ। ਜਿਉ ਪਿੰਡ ਧਨ ਅਰਪਿਆ। ਪਿੰਡ ਕੀ ਹੈਗਾ? ਗਿਆਨ ਇੰਦਰੀਆਂ, ਕਰਮ ਇੰਦਰੀਆਂ। ਜਿਉ ਪਿੰਡ ਧਨ ਅਰਪਿਆ ਸਈ ਪਤਵੰਤੇ। ਬਸ ਆਹੀ ਪਤ ਹੈਗੀ ਭਾਈ। ਹੋਰ ਕੀ? ਹੋਰ ਤਾਂ ਬੇਪਤੀ ਅਕਾਲ ਨੇ ਜਿਹੜਾ ਹੈਗਾ ਬੇਪਤੀ ਕਰਕੇ ਲੈ ਜਾਣਾ ਆਪਾਂ ਨੂੰ। ਬੇਪਤੀ ਕੀ ਹੈਗੀ? ਬੇਪਤੀ ਹੈਗੀ ਭਈ ਫਿਰ ਪਤਾ ਨਹੀਂ ਕਿਹੜੇ ਸਲਾਟ 'ਚ ਪਾਊਗਾ, ਕਿਹੜੀ ਜੂਨ 'ਚ ਦਊਗਾ ਆਪਾਂ ਨੂੰ। ਅਗਲਾ ਕੀ ਹੈ, ਆਪਣੀ ਕੀ ਕਾਰਵਾਈ ਹੋਣੀ ਹੈ। ਜਿਉ ਪਿੰਡ ਧਨ। ਆਪਾਂ ਮਰਨ ਵਾਲੇ ਤਾਂ ਹੈ ਨਹੀਂ ਗੇ, ਪਰ ਜਿਹੜਾ ਹੈਗੇ ਆਪਾਂ ਜਿਹੜੇ ਹੈਗੇ ਇਹ ਮਨ ਨੂੰ ਜਿਹੜਾ ਹੈਗਾ ਇਹ ਹੈ ਤਾਂ ਜਿਹੜਾ ਹੈਗਾ ਇਹ ਪਰਮਾਤਮਾ ਦਾ ਰੂਪ ਹੈਗਾ ਇਹ। ਪਰ ਜਿਹੜਾ ਹੈਗਾ ਮਾਲਕ ਨੇ ਐਸਾ ਰੱਖਿਆ ਕਿ ਇਹਨੂੰ ਜਿਹੜਾ ਹੈਗਾ ਫੀਲਿੰਗ ਹੁੰਦੀ ਹੈ ਸਾਰੀ ਦੀ ਸਾਰੀ, ਦੁੱਖ ਤੇ ਸੁੱਖ ਸਾਰੇ ਫੀਲ ਕਰਦਾ ਹੈ। ਇਹ ਆਤਮਾ ਫੀਲ ਕਰਦੀ ਹੈ। ਤੇ ਇਸ ਚੋਂ ਜੇ ਬਾਹਰ ਨਿਕਲਣਾ ਹੈ ਤੇ ਭਾਈ ਆਹ ਕਾਰਵਾਈ ਕਰਨੀ ਪਊਗੀ। ਸੱਚੀ ਹੱਟ ਤੇ ਜਾਣਾ ਪਊਗਾ। ਸੌਦਾ ਜਿਹੜਾ ਹੈਗਾ ਨਾਮ ਵਾਲਾ ਵਪਾਰ ਕਰਨਾ ਪਊਗਾ, ਔਰ ਗਰੀਬੀ ਦੇ ਵਿੱਚ ਰਹਿ ਕੇ ਬੁੱਧੀ ਦੇ ਨਾਲ ਕੰਮ ਕਰਨਾ ਪਊਗਾ। ਜਿਉ ਪਿੰਡ ਧਨ ਅਰਪਿਆ ਸਈ ਪਤਵੰਤੇ। ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰਨ ਤੇ। ਲਓ ਦੇਖ ਲਓ ਮਾਲਕ ਨੂੰ ਇਸ ਤਰ੍ਹਾਂ ਪਾਉਂਦੇ ਆ ਭਾਈ। ਆਪਨੜੇ ਉਹ ਆਪਣਾ ਹੋ ਗਿਆ, ਪ੍ਰਭ ਭਾਣਿਆ ਨਿਤ ਕੇਲ ਕਰਨ ਤੇ। ਨਿਤ ਜਿਹੜਾ ਹੈਗਾ ਬਸ ਆਹੀ ਹੈਗੀ। ਆਹੀ ਉੱਪਰ ਸਭ ਤੋਂ ਉੱਪਰ ਕੀ ਲਿਖਿਆ ਸੀਗਾ? ਆਵੋ ਮੀਤ ਇਕੱਤਰ ਹੋਏ ਰਸ ਕਸ ਸਭ ਪੁੰਛੇ। ਹੈਪੀ ਜੀ ਆਪਣਾ ਬੰਦ ਕਰ ਦਿਓ ਜੀ ਮਾਈਕ। ਉੱਪਰ ਲਿਖਿਆ ਦੇਖ ਲਓ, ਆਵੋ ਮੀਤ ਇਕੱਤਰ ਹੋਏ ਰਸ ਕਸ ਸਭ ਪੁੰਛੇ। ਬਸ ਆਹੀ ਹੈ ਰਸ ਕਸ ਪੁੰਛਣਾ ਭਾਈ। ਆਪਾਂ ਨੇੜੇ ਪਰ ਪਾਣਿਆ ਨਿਤ ਕੇਲ ਕਰਨ ਤੇ। ਦੇਖ ਲਓ ਅੰਮ੍ਰਿਤ ਰਸ ਇੱਕ ਬੂੰਦ ਦੇ ਨਾਲ ਅਮਰ ਹੋ ਜਾਂਦਾ, ਜਿਹੜਾ ਇੱਕ ਬੂੰਦ ਦੇ ਨਾਲ ਤ੍ਰਿਪਤ ਹੋ ਜਾਂਦਾ। ਹੁਣ ਇਸ ਤੋਂ ਆਪੋਜ਼ਿਟ ਆਖਰੀ ਲਾਈਨ ਦੇ ਵਿੱਚ ਜਿਹੜਾ ਕੰਪੈਰੀਜ਼ਨ ਕਰ ਰਿਹਾ ਮਹਾਰਾਜ। ਦੁਰਮਤ ਮਦ ਜੋ ਪੀਵਤੇ। ਦੁਰਮਤ ਕੀ ਹੈ? ਭੈੜੀ ਮਤ। ਭੈੜੀ ਮਤ ਇੱਕ ਗੁਰਮਤ ਹੈ, ਇੱਕ ਦੁਰਮਤ ਹੈ। ਦੁਰਮਤ ਮਦ ਜੋ ਪੀਵਤੇ ਬਿਖਲੀ ਪਤ ਕਮਲੀ। ਮਨ ਦੇ ਨਾਲ ਚੱਲ ਰਹੇ ਭਾਈ, ਉਹਨਾਂ ਨੇ ਮਨਮਤ ਯੂਜ਼ ਕਰਨੀ ਹੈ। ਉਹਨਾਂ ਨੇ ਦੁਰਮਤ ਦੇ ਨਾਲ ਇਹ ਜਿਹੜਾ ਹੈਗਾ ਵਿਸ਼ੇ ਵਿਕਾਰਾਂ ਨੂੰ ਭੋਗਣਾ ਹੈ, ਵੇ ਚੋਗੇ ਨੂੰ ਭੋਗਣਾ ਹੈ। ਕਹਿੰਦੇ ਉਹ ਤਾਂ ਫਿਰ ਬਿਖਲੀ ਪਤ ਕਹਿੰਦੇ ਆ। ਬਸ ਵਿਸ਼ੇ ਵਿਕਾਰਾਂ ਦੇ ਨਾਲ ਲਿਪਤ ਆ, ਪੂਰੇ ਬਿਖ ਦੇ ਨਾਲ ਪੂਰੇ ਜਿਹੜੇ ਆ ਲੇਥੂ ਪੇਥੂ ਹੋਏ ਪਏ, ਕਮਲੇ ਹੈਗੇ। ਕਹਿੰਦੇ
ਕਮਲੀ ਕਿਉਂ ਲਿਖਿਆ? ਕਿਉਂਕਿ ਇਹ ਇੱਕ ਥੋੜੀ ਨਾ ਹੈਗਾ, ਇਹ ਤਾਂ ਮੈਜੋਰਟੀ ਹੈਗੀ ਆ, ਲੋਕਾਈ ਹੈਗੀ ਆ, ਇਸਤਰੀ ਲਿੰਗ ਹੈ ਲੋਕਾਈ, ਇਸ ਕਰਕੇ ਕਮਲੀ ਲਿਖਿਆ ਹੋਇਆ। ਦੁਰਮਤ ਮਤ ਜੋ ਪੀਵਤੇ ਬਿਖਲੀਪਤ ਕਮਲੀ, ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ। ਔਰ ਜਿਹੜਾ ਹੈਗੇ ਉਹ ਧਿਆਨ ਸਿਮਰਨ ਜਿਹੜੀ ਹੈਗੀ ਆ, ਉਹ ਜਿਹੜਾ ਹੈਗਾ ਮਨ ਔਰ ਸੁਰਤ ਨੂੰ ਟਿਕਾਉਣਾ, ਮਾਲਕ ਨੂੰ ਅੰਗ ਸੰਗ, ਮਾਲਕ ਨੂੰ ਸਮਰਨ ਰੱਖਣਾ ਹਰ ਟਾਈਮ, ਮਾਲਕ ਦਾ ਧਿਆਨ ਹਮੇਸ਼ਾ ਰੱਖਣਾ ਵੀ ਮੈਂ ਮਾਲਕ ਬਿਲਕੁਲ ਮੇਰੇ ਨਾਲ ਆ, ਮਾਲਕ ਪਰਮਾਤਮਾ ਮੇਰੇ ਨਾਲੋਂ ਨੇੜੇ ਮਾਲਕ ਹੈਗਾ। ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ, ਹੋਇਆ ਪਾਏ ਸੱਚੇ ਅਮਲੀ ਕਹਿੰਦੇ ਆ ਜਾਈ ਭਾਈ, ਅਸਲੀ ਅਮਲੀ ਉਹ ਹੈਗੇ ਆ, ਬਾਹਰ ਇਹ ਅਮਲੀ ਨਹੀਂ ਹੈਗੇ ਭਾਈ। ਇਹਨਾਂ ਦਾ ਅਮਲ ਤਾਂ ਜਿਹੜਾ ਹੈਗਾ ਇਹ ਤਾਂ ਰਾਜੀ ਨਹੀਂ ਆਉਂਦਾ ਇਹਨਾਂ ਦਾ। ਆਸਾ ਮਹੱਲਾ ਪੰਜਵਾਂ। ਉਦਮ ਕੀਆ ਕਰਾਇਆ ਆਰੰਭ ਰਚਾਇਆ। ਲੋ ਸਟਾਰਟ ਪੁਆਇੰਟ ਹੋ ਗਿਆ ਭਾਈ। ਉਦਮ ਕੀਆ, ਉਦਮ ਤਾਂ ਕਰਨਾ ਪਊਗਾ ਭਾਈ। ਕਹਿੰਦੇ ਕਰਾਇਆ ਆ, ਮਾਲਕ ਪਰਮਾਤਮਾ ਨੇ ਮਿਹਰ ਕੀਤੀ ਆ ਤਾਂ ਇਹ ਗਿਆਨ ਮਿਲਿਆ ਆਪਾਂ ਨੂੰ, ਤਾਂ ਜਿਹੜਾ ਹੈਗਾ ਤੇ ਇਹ ਜਿਹੜਾ ਹੈਗਾ ਆਪਣੇ ਅੰਦਰ ਵੜਨਾ ਜਿਹੜਾ ਹੈਗਾ ਆਪਾਂ ਨੇ ਸਟਾਰਟ ਕੀਤਾ, ਤਾਂ ਜਿਹੜਾ ਹੈਗਾ ਕੀ ਕੰਮ ਕੀਤਾ, ਆਰੰਭ ਰਚਾਇਆ। ਕਹਿੰਦੇ ਸਟਾਰਟ ਕਰ ਲਿਆ ਕੰਮ। ਉਦਮ ਕੀਆ ਕਰਾਇਆ ਆਰੰਭ ਰਚਾਇਆ। ਨਾਮ ਜਪੇ ਜਪ ਜੀਵਣਾ ਗੁਰ ਮੰਤਰ ਦ੍ਰਿੜਾਇਆ। ਅਵਤਾਰ ਕੌਰ ਜੀ, ਅਸੀਂ 399 ਅੰਗ ਦੇ ਉੱਤੇ ਹੈਗੇ ਆ ਜੀ। ਨਾਮ ਜਪੇ, ਹਾਂਜੀ ਹਾਂਜੀ, ਨਾਮ ਜਪੇ ਜਪ ਜੀਵਣਾ ਗੁਰੇ ਮੰਤਰ ਦ੍ਰਿੜਾਇਆ। ਗੁਰੂ ਨੇ ਕੀ ਕਹਿ ਦਿੱਤਾ? ਗੁਰੂ ਨੇ ਕਹਿਤਾ ਬਈ ਉਹ ਨਾਮ ਜਿਹੜਾ ਹੈਗਾ ਉਹਨੂੰ ਜਪਣਾ ਆ। ਨਾਮ ਨੂੰ ਜਪਣਾ ਕੀ ਹੈਗਾ? ਉਹ ਫਿਰ ਜਿਹੜਾ ਹੈਗਾ ਵਾਪਸ ਉਸੇ ਜਗ੍ਹਾ ਤੇ ਆ ਜਾਂਦੇ ਆਪਾਂ। ਉਹੀ ਇੱਕੋ ਹੀ ਕਾਰਵਾਈ ਹੈਗੀ ਆ ਬਸ, ਪਰਮਾਤਮਾ ਨੂੰ ਸਮਰਨ ਕਰਨਾ। ਨਾਮ ਜਪੇ ਜਪੋ ਨੂੰ ਆਪਣੇ ਨਾਲ ਮਹਿਸੂਸ ਕਰਨਾ, ਆਹੀ ਜੀਵਨ ਹੈਗਾ। ਨਹੀਂ ਤਾਂ ਆਪਾਂ ਜਿਹੜੇ ਹੈਗੇ ਮਾਲਕ ਨੂੰ ਨਹੀਂ ਸਮਰਨ ਕਰ ਰਹੇ ਤੇ ਫਿਰ ਮਾਇਆ ਨੂੰ ਸਮਰਨ ਕਰ ਰਹੇ ਆਪਾਂ। ਫਿਰ ਮਾਇਆ ਦੇ ਵਿੱਚ ਤਾਂ ਆਪਾਂ ਜਿਹੜੇ ਹੈਗੇ ਆ, ਆਪਾਂ ਮਾਇਆ ਦੇ ਵਿੱਚ ਜੀ ਰਹੇ ਹਾਂ ਤੇ ਇਹਦਾ ਮਤਲਬ ਵੀ ਮਾਲਕ ਦੇ ਵੱਲੋਂ ਇਹ ਲਿਵ ਵਾਲੇ ਰਸਤੇ ਤੋਂ ਆਪਾਂ ਮੁਰਦਾ ਹੈਗੇ ਆ। ਨਾਮ ਜਪੇ ਜਪ ਜੀਵਣਾ ਗੁਰੇ ਮੰਤਰ ਦ੍ਰਿੜਾਇਆ। ਕਿਵੇਂ ਮੁਰਦਾ ਹੈਗੇ ਭਾਈ? ਫਿਰ ਕੁਐਸਚਨ ਆ ਜਾਂਦਾ ਵੀ ਕਿਵੇਂ ਮੁਰਦਾ ਹੈਗੇ ਆ ਅਸੀਂ? ਬਸ ਦੇਖ ਲਓ ਭਾਈ, ਕੀ ਤੁਸੀਂ ਜਾਗੇ ਹੋਏ ਹੋ ਤਾਂ ਦੱਸ ਕਿਹੜੀ ਚੀਜ਼ ਹੈ ਤੁਹਾਡੇ ਕੋਲ? ਜਿੰਨੀ ਤੁਸੀਂ ਕਹਿੰਦੇ ਜਾਗੇ ਹੋਏ ਅਸੀਂ, ਚਲੋ 40 ਸਾਲ 50 ਸਾਲ 60 ਸਾਲ ਜਿੰਨੇ ਵੀ 30 ਸਾਲ ਦੇ ਜਾਗ ਰਹੇ ਹੋ, ਆਊਟਪੁੱਟ ਦਿਓ। ਕੀ ਆਊਟਪੁੱਟ ਹੈ ਨਾਲ ਲਿਜਾਣ ਵਾਸਤੇ? ਕੀ ਹੈਗਾ ਤੁਹਾਡੇ ਕੋਲ? ਕੀ ਕੀਤਾ ਹੈ? ਜਿਹੜੀ ਚੀਜ਼ ਜਿਹੜੀ ਹੈਗੀ ਆ ਬਈ ਆਪਣੇ ਕੋਲ ਕੀ ਹੈਗਾ ਜਿਹੜਾ ਆਪਾਂ ਲੈ ਕੇ ਜਾ ਸਕਦੇ? ਮੰਨ ਲਓ ਅੱਜ ਲਾਸਟ ਡੇ ਹੈ ਆਪਣਾ, ਤੇ ਕੀ ਹੈਗਾ ਆਪਣੇ ਪੱਲੇ? ਕੀ ਹੈਗਾ? ਇਸ ਕਰਕੇ ਆਪਾਂ ਮੁਰਦਾ ਹੈ ਭਾਈ। ਨਾਮ ਜਪੇ ਜਪ ਜੀਵਣਾ ਗੁਰੇ ਮੰਤਰ ਦ੍ਰਿੜਾਇਆ। ਗੁਰੂ ਨੇ ਆ ਗਿਆਨ ਦੇ ਦਿੱਤਾ ਭਾਈ। ਮੰਤਰ ਦੇ ਦੇਖੋ, ਮੰਤਰ ਤੱਤੇ ਦੇ ਰਾਰਾ ਪੈਰ 'ਚ ਪਾ ਕੇ ਫਿਰ ਔਂਕੜ ਲਗਾਈ ਮਹਾਰਾਜ। ਕਹਿੰਦੇ ਮੈਂ ਮੰਤਰ ਦੀ ਗੱਲ ਕਰ ਰਿਹਾ। ਕੋਈ ਬਾਹਮਣਾ ਦਾ ਮੰਤਰ ਥੋੜੀ ਨਾ ਹੈਗਾ, ਇੱਕ ਅੱਖਰ ਦਾ ਮੰਤਰ ਥੋੜੀ ਨਾ ਹੈਗਾ। ਗੁਰੂ ਜੋ ਗਿਆਨ ਦੇ ਰਿਹਾ ਹੈ, ਗੁਰੂ ਜੋ ਕਹਿ ਰਿਹਾ ਆ, ਉਹ ਆ ਮੰਤਰ ਪਾਇਆ। ਸਾਰੀ ਕਾਰਵਾਈ ਆ ਜਾਂਦੀ ਇਸ ਮੰਤਰ ਦੇ ਵਿੱਚ। ਉਦਮ ਕੀਆ ਕਰਾਇਆ ਆਰੰਭ ਕਾਜ ਆਰੰਭ ਰਚਾਇਆ। ਆ ਮੰਤਰ ਹੋਵੇ, ਆਹੀ ਮੰਤਰ ਆ। ਉਦਮ ਕੀਆ ਕਰਾਇਆ ਆਰੰਭ ਰਚਾਇਆ। ਨਾਮ ਜਪੇ ਜਪ ਜੀਵਣਾ ਗੁਰੇ ਮੰਤਰ ਦ੍ਰਿੜਾਇਆ। ਪੱਕਾ ਕਰਾ ਦਿੱਤਾ ਵੀ ਆਹ ਤਾਂ ਕੰਮ ਕਰਨਾ ਹੀ ਹੈ, ਨਹੀਂ ਤਾਂ ਤੇਰਾ ਪਤਾ ਹੀ ਨਹੀਂ ਤੇਰਾ ਕਦੋਂ ਨੰਬਰ ਲੱਗ ਜਾਣਾ। ਪਾਏ ਪਰੈ ਸਤਿਗੁਰੂ ਕੇ ਜਿਨੇ ਪਰਮ ਵਿਦਾਰਿਆ। ਕਹਿੰਦੇ ਐਸੇ ਗੁਰੂ ਦੇ ਕਿਉਂ ਨਾ ਪੈਰ ਫੜੀਏ, ਕਿਉਂ ਨਾ ਗੁਰੂ ਦੀ ਸ਼ਰਨ ਦੇ ਵਿੱਚ ਰਹੀਏ, ਕਿਉਂ ਨਾ ਜਿਹੜਾ ਹੈਗਾ ਗੁਰੂ ਦੀ ਮੱਤ ਹਮੇਸ਼ਾ ਲੈਂਦੇ ਰਹੀਏ। ਜਿਸ ਨੇ ਮੈਨੂੰ ਜਿਹੜਾ ਹੈਗਾ ਮੈਨੂੰ ਟਰੈਪ 'ਚੋਂ ਕੱਢ ਦਿੱਤਾ, ਮੈਨੂੰ ਐਟਲੀਸਟ ਮੇਰੇ ਲਾਈਟ ਤਾਂ ਪਾਈ, ਮੈਨੂੰ ਦਿਖਣ ਤਾਂ ਲਾ ਦਿੱਤਾ। ਨਹੀਂ ਤਾਂ ਮੈਂ ਤਾਂ ਹਨੇਰੇ ਦੇ ਵਿੱਚ ਹੀ ਪਤਾ ਨਹੀਂ ਕਿੰਨੇ ਕੁ ਜਨਮ ਗਵਾ ਲਏ ਮੈਂ। ਪਾਏ ਪਰੈ ਸਤਿਗੁਰੂ ਕੇ ਜਿਨੇ ਪਰਮ ਵਿਦਾਰਿਆ। ਮੇਰਾ ਜਿਹੜਾ ਹੈਗਾ ਮੈਂ ਜਿਹੜਾ ਰੱਸੀ ਨੂੰ ਸੱਪ ਸਮਝੀ ਬੈਠਾ ਸੀਗਾ।
ਇਹ ਮਾਇਆ ਨੂੰ ਹੀ ਸਾਰਾ ਕੁਝ ਸਮਝੀ ਬੈਠਾ ਸੀ, ਇਹ ਜੀਵਨ ਨੂੰ, ਇਹ ਆਕਾਰ ਨੂੰ, ਇਹ ਸ੍ਰਿਸ਼ਟੀ ਨੂੰ, ਇਹ ਜਿਹੜੇ ਹੈਗੇ ਪਰਿਵਾਰ ਨੂੰ। ਪਾਏ ਪਰੇ ਸਤਿਗੁਰੂ ਕੇ ਜਿਹਨੇ ਪਰਮ ਵਿਦਾਰਿਆ। ਮੇਰੇ ਗੁਰੂ ਨੇ ਦੱਸਤਾ ਵੀ ਤੂੰ ਤਾਂ ਹੈ ਹੀ ਨਹੀਂ ਕੁਛ, ਆ ਸਰੀਰ ਤਾਂ ਕੁਛ ਵੀ ਨਹੀਂ ਹੈ, ਤੇਰਾ ਮਿੱਟੀ ਹੈ, ਸੋ ਇਹਨੇ ਤਾਂ ਮਿੱਟੀ ਦੇ ਵਿੱਚ ਚਲ ਜਾਣਾ ਹੈ। ਪਾਏ ਪਰੇ ਸਤਿਗੁਰੂ ਕੇ ਜਿਹਨੇ ਪਰਮ ਵਿਦਾਰਿਆ, ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ। ਕਹਿੰਦੇ ਮਾਲਕ ਨੇ ਕਿਰਪਾ ਕੀਤੀ ਹੈ, ਗੁਰੂ ਨੂੰ ਮਿਲਾਇਆ, ਸਤਿਗੁਰੂ ਨੂੰ ਮਿਲਾਇਆ, ਉਹ ਵੀ ਤਾਂ ਮਾਲਕ ਨੇ ਮਿਲਾਇਆ। ਆਹੀ ਮਾਲਕ ਐਸੇ ਤਰੀਕੇ ਦੇ ਨਾਲ ਸੱਚਾ ਸਾਜ ਦਿੰਦਾ ਹੈ, ਸੱਚ ਦੇ ਨਾਲ ਸਵਾਰ ਦਿੰਦਾ ਆਪਾਂ ਨੂੰ। ਮਾਲਕ ਨੇ ਸਵਾਰਨਾ ਹੈ, ਆਪਾਂ ਤਾਂ ਲਿਬੜੇ ਪਏ ਆ ਅਵਗੁਣਾਂ ਦੇ ਨਾਲ, ਪਾਪਾਂ ਦੇ ਨਾਲ, ਸੰਸਕਾਰਾਂ ਦੇ ਨਾਲ। ਸਟਾਰਟਿੰਗ ਪੁਆਇੰਟ ਆਹੀ ਹੈਗਾ, ਸਤਿਗੁਰੂ ਨੂੰ ਮਿਲਣਾ ਹੈਗਾ, ਗਿਆਨ ਲੈਣਾ ਹੈਗਾ ਔਰ ਐਕਸ਼ਨ ਕਰਨੀ ਹੈਗੀ। ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ। ਸੱਚਾ ਦੇਖੋ, ਸੱਚ ਦੇ ਨਾਲ ਜੋੜਨਾ ਹੈ ਔਰ ਸਵਾਰਨਾ ਹੈ, ਸਾਜਣਾ ਹੈ, ਆਪਾਂ ਨੂੰ ਤਰਾਸ਼ਣਾ ਹੈ, ਆਪਾਂ ਨੂੰ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ ਰਹਾਓ। ਕਰ ਗਹਿ ਲੀਨੇ ਆਪਣੇ ਸੱਚ ਹੁਕਮ ਰਜਾਈ। ਕਹਿੰਦੇ ਆ ਮਾਲਕ ਨੇ ਤਾਂ ਹੱਥ ਫੜ ਕੇ ਮੈਨੂੰ ਜਿਹੜਾ ਕੱਢ ਲਿਆ, ਨਹੀਂ ਤਾਂ ਮੈਂ ਤਾਂ ਅੰਨੇ ਖੂਜ ਦੇ ਵਿੱਚ, ਸਵਾਦਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ ਜਿਹੜਾ ਹੈਗਾ ਪਰੇ ਕੂਪ ਮੇ ਖਾਏ ਮਿਠਾਈ। ਕਹਿੰਦੇ ਮੈਂ ਤਾਂ ਇਸੇ ਤਰੀਕੇ ਨਾਲ ਇਹ ਸਵਾਦ ਹੀ, ਇਹ ਰਸ ਬਸ ਭੋਗੀ ਜਾਣੇ ਸੀਗੇ। ਕਰ ਗਹਿ ਲੀਨੇ ਆਪਣੇ ਮਾਲਕ ਪਰਮਾਤਮਾ ਨੇ ਆਪਣੇ ਹੱਥ ਨਾਲ ਮੈਨੂੰ ਬਾਹਰ ਕੱਢਿਆ, ਗੁਰੂ ਦੇ ਦੁਆਰਾ ਜਿਹੜਾ ਹੈਗਾ। ਆਹ ਹੱਥ ਹੈ ਮਾਲਕ ਪਰਮਾਤਮਾ ਦਾ। ਕਰ ਗਹਿ ਲੀਨੇ ਆਪਣੇ ਸੱਚ ਹੁਕਮ ਰਜਾਈ। ਉਹ ਮਾਲਕ ਪਰਮੇਸ਼ਰ ਆਹੀ ਸੱਚ ਹੈ ਭਾਈ, ਮਾਲਕ ਪਰਮਾਤਮਾ ਦਾ। ਉਹਨੇ ਆਪਣੇ ਹੁਕਮ ਦੇ ਵਿੱਚ, ਰਜ਼ਾ ਦੇ ਵਿੱਚ, ਆਹੀ ਉਹਦੀ ਰਜ਼ਾ ਹੈ ਮਾਲਕ ਦੀ। ਆਪਣੇ ਹੁਕਮ 'ਚ, ਰਜ਼ਾ 'ਚ ਉਹਨੇ ਮੈਨੂੰ ਜਿਹੜਾ ਹੈਗਾ ਹੱਥ ਦੇਤਾ, ਆ ਗੁਰੂ ਵਾਲਾ ਹੱਥ ਦੇਤਾ ਮੈਨੂੰ। ਜੋ ਪ੍ਰਭ ਦਿੱਤੀ ਦਾਤ ਸਾਹ ਪੂਰਨ ਵਡਿਆਈ। ਜੋ ਮਾਲਕ ਨੇ ਦਾਤ ਦਿੱਤੀ ਹੈ ਭਾਈ, ਇਹੀ ਪੂਰਨ ਆ ਔਰ ਇਹੀ ਜਿਹੜੀ ਹੈਗੀ ਮੇਰੇ ਵਾਸਤੇ ਵਡਿਆਈ ਹੈ ਭਾਈ। ਮੈਨੂੰ ਸਟੈਪ ਅਪ ਕਰਨ ਦੇ ਵਾਸਤੇ, ਮੈਨੂੰ ਅੱਗੇ ਜਿਹੜਾ ਉਚਾਈ ਦੇ ਵੱਲ ਲਿਜਾਣ ਵਾਸਤੇ। ਸਦਾ ਸਦਾ ਗੁਣ ਗਾਈਐ ਜਪੇ ਨਾਮ ਮੁਰਾਰੀ। ਕਹਿੰਦੇ ਹਮੇਸ਼ਾ ਗੁਣ ਗਾਈਏ, ਆਪਾਂ ਗੁਣ ਗਾਉਂਦੇ ਰਹੀਏ। ਕਾਹਦੇ ਵਾਸਤੇ? ਕਿਉਂਕਿ ਗੁਣ ਆਪਾਂ ਨੂੰ ਚਾਹੀਦੇ ਆ। ਔਰ ਕੀ ਕਰਨਾ ਹੈ? ਕਹਿੰਦੇ ਜਪੇ ਨਾਮ ਮੁਰਾਰੀ। ਨਾਮ ਨਹੀਂ ਜਪੇਗਾ, ਸਮਰਨ ਨਹੀਂ ਕਰੇਗਾ, ਧਿਆਨ ਨਹੀਂ ਕਰੇਗਾ ਤੇ ਪਿਆਰਿਆ ਫਿਰ ਤੇਰਾ ਜਿਹੜਾ ਹੈਗਾ ਨਹੀਂ ਹੋਣਾ ਕੁਛ ਵੀ। ਜਪ ਕੇ ਹੀ ਗੁਣ ਗਾਏ ਜਾਣੇ ਆ। ਨਾਮ ਨੂੰ ਜਪ ਕੇ ਤਾਂ ਹੀ ਤੇਰੇ ਗੁਣ ਤੇਰੇ ਅੰਦਰ ਆਉਣੇ ਆ ਭਾਈ। ਨਹੀਂ ਤਾਂ ਜਿਹੜਾ ਹੈਗਾ ਜਿੰਨੇ ਮਰਜੀ ਗਾ ਲਾ ਗੁਣ, ਜਿੰਨੇ ਮਰਜੀ ਗੁਣ ਯਾਦ ਕਰ ਲਾ, ਤੇਰੇ ਆਪਣੇ ਨਹੀਂ ਬਣਨੇ। ਸਦਾ ਕਿਉਂਕਿ ਮਨ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਹ ਬਿਲਕੁਲ ਜਿਹੜਾ ਹੈਗਾ ਸੱਪ ਵਾਂਗੂ ਜਿਹੜਾ ਹੈਗਾ ਬੈਠ ਜਾਂਦਾ ਹੈ ਔਰ ਪਤਾ ਨਹੀਂ ਜਿਹੜਾ ਕਿਸ ਵੇਲੇ ਫਿਰ ਡੰਗ ਮਾਰ ਜਾਂਦਾ ਹੈ। ਸਦਾ ਸਦਾ ਗੁਣ ਗਾਈਏ ਜਪ ਨਾਮ ਮੁਰਾਰੀ। ਨੇਮ ਨਿਭਾਇਓ ਸਤਿਗੁਰੂ ਪ੍ਰਭ ਕਿਰਪਾ ਤਾਰੀ। ਲਓ ਦੇਖ ਲਓ ਭਾਈ, ਮਾਲਕ ਨੇ ਕਿਰਪਾ ਕੀਤੀ ਤੇ ਗੁਰੂ ਨੂੰ ਮਿਲਾ ਦਿੱਤਾ। ਗੁਰੂ ਨੇ ਮੇਰਾ ਇਹ ਰੂਟੀਨ ਹੀ ਚੇਂਜ ਕਰਤਾ, ਨੇਮ ਬਣਾ ਦਿੱਤਾ ਮੇਰਾ, ਮੇਰਾ ਨਿਤਨੇਮ ਕਰ ਦਿੱਤਾ ਔਰ ਤੋੜ ਨਿਭਾ ਦਿੱਤਾ। ਕੀ ਨੇਮ ਹੈਗਾ? ਸਦਾ ਸਦਾ ਗੁਣ ਗਾਈਏ ਜਪੇ ਨਾਮ ਮੁਰਾਰੀ। ਨੇਮ ਨਿਭਾਇਓ ਸਤਿਗੁਰੂ ਪ੍ਰਭ ਕਿਰਪਾ ਤਾਰੀ। ਨਾਮ ਧਨ ਗੁਣ ਗਾਉ ਲਾਭ ਪੂਰੇ ਗੁਰੇ ਦਿੱਤਾ। ਕਹਿੰਦੇ ਮੈਂ ਤਾਂ ਹੁਣ ਧਨ, ਮੈਂ ਤਾਂ ਜਿਹੜਾ ਹੈਗਾ ਹੁਣ ਤਾਂ ਲਾਭ ਵਾਲਾ ਕੰਮ ਕਰੂੰਗਾ, ਮੈਂ ਤਾਂ ਪ੍ਰੋਫਿਟ ਵਾਲਾ ਕੰਮ ਕਰੂੰਗਾ, ਮੈਂ ਤਾਂ ਨਾਮ ਦਾ ਧਨ ਇਕੱਠਾ ਕਰੂੰਗਾ ਭਾਈ, ਮੈਂ ਤਾਂ ਗੁਣ ਗਾਊਂਗਾ ਮਾਲਕ ਪਰਮਾਤਮਾ ਦੇ। ਮੇਰੇ ਗੁਰੂ ਨੇ ਮੈਨੂੰ ਜਿਹੜਾ ਹੈਗਾ ਜਿਹੜਾ ਹੈਗਾ ਬਹੁਤ ਹੀ ਪ੍ਰੋਫਿਟੇਬਲ ਜਿਹੜਾ ਹੈਗਾ ਜੌਬ ਦੇ ਦਿੱਤੀ ਹੈ। ਵਣਜਾਰੇ ਸੰਤ ਨਾਨਕਾ ਪ੍ਰਭ ਸ਼ਾਹ ਅਮਿਤਾ। ਵਾਹ! ਕਹਿੰਦੇ ਉਹ ਮਾਲਕ ਪਰਮਾਤਮਾ ਸ਼ਾਹੂਕਾਰ, ਉਹ ਇਸ ਗੇਮ ਜਿਹੜਾ ਵਪਾਰ ਦੇ ਵਾਸਤੇ ਉਹਨੇ
ਮਾਲਕ ਨੇ, ਉਹ ਸ਼ਾਹੂਕਾਰ ਨੇ ਹੱਟੀ ਲਾਈ ਹੋਈ ਆ ਸ੍ਰਿਸ਼ਟੀ ਦੀ। ਅਮਿੱਤ ਆ ਉਹਦੇ ਕੋਲ ਭੰਡਾਰਾ ਨਾਮ ਦਾ, ਉਹਦਾ ਕੋਈ ਮਿਤੀ ਨਹੀਂ ਹੈ ਉਸ ਮਾਲਕ ਪਰਮਾਤਮਾ ਦੀ। ਔਰ ਵਣਜਾਰੇ ਕੌਣ ਆ? ਕਹਿੰਦੇ ਸੰਤ ਹੈਗੇ ਭਾਈ, ਜਿਹੜੇ ਗੁਰਮੁਖ ਸਿਸਟਮ ਦੇ ਵਿੱਚ ਹੈਗੇ, ਜਿਹੜੇ ਗੁਰੂ ਦੇ ਅਨੁਸਾਰ ਚੱਲ ਰਹੇ ਆ, ਜਿਨ੍ਹਾਂ ਨੂੰ ਜਿਹੜਾ ਹੈਗਾ ਗੁਰੂ ਨੇ ਇਸ ਪਾਸੇ ਲਗਾ ਦਿੱਤਾ। ਗੁਰੂ ਨੇ ਜਿਹੜਾ ਹੈਗਾ ਟਰੈਪ ਚੋਂ ਕੱਢ ਦਿੱਤਾ। ਪਾਏ ਪਰੇ ਸਤਿਗੁਰੂ ਕੇ ਜਿਹਨੇ ਭਰਮ ਵਿਦਾਰਿਆ, ਨਾਮ ਜਪੇ ਜਪ ਜੀਵਣਾ ਗੁਰੇ ਮੰਤਰ ਦ੍ਰਿੜਾਇਆ। ਉਸ ਗੁਰੂ ਦੀ ਉਦਮ ਕੀਆ ਕਰਾਇਆ, ਆਰੰਭ ਰਚਾਇਆ। ਵਣਜਾਰੇ ਸੰਤ ਨਾਨਕਾ ਪ੍ਰਭ ਸ਼ਾਹ ਅਮਿਤਾ ਆਇਆ। ਸੰਤ ਪਾਏ ਆ ਵਣਜਾਰੇ ਹੈਗੇ, ਸਾਧੂ, ਸਾਧਨਾ ਕਰਨ ਵਾਲੇ। ਆਸਾ ਮਹੱਲਾ ਪੰਜਵਾਂ। ਜਾਂ ਕਾ ਠਾਕੁਰ ਤੂੰ ਹੀ ਪ੍ਰਭ, ਤਾਕੇ ਸਭ ਤਾਕੇ ਵਡ ਭਾਗਾ। ਦੇਖ ਲਓ, ਜਿਸਨੇ ਹੁਣ ਮਾਲਕ ਪਰਮਾਤਮਾ ਨੂੰ ਅੰਗ ਸੰਗ ਸਮਰਨ ਕਰ ਲਿਆ, ਉਹਨੂੰ ਠਾਕੁਰ ਨੂੰ ਆਪਣਾ ਠਾਕੁਰ ਬਣਾ ਲਿਆ, ਮਾਲਕ ਬਣਾ ਲਿਆ। ਵੀ ਮਾਲਕਾ ਮੈਂ ਤਾਂ ਤੇਰੇ ਅਨੁਸਾਰ ਚੱਲਣਾ ਹੈ, ਤੂੰ ਮੇਰਾ ਮਾਲਕ ਹੈ, ਬਸ ਮੈਂ ਤੇਰੀ ਸ਼ਰਨ ਦੇ ਵਿੱਚ ਤੇਰੇ ਹਿਸਾਬ ਦੇ ਨਾਲ ਚੱਲੂੰਗਾ ਤੇ ਮੈਂ ਫਿੱਟ ਹੈਗਾ, ਬਸ ਨਹੀਂ ਤਾਂ ਆਪਾਂ ਗਏ। ਦੋ ਹੀ ਤਾਂ ਚੀਜ਼ਾਂ ਹੈਗੀਆਂ, ਇੱਕ ਮਾਲਕ ਹੈਗਾ, ਇੱਕ ਮਾਇਆ ਹੈਗੀ ਉਹਦੀ ਰਚੀ ਹੋਈ, ਆਹ ਗੇਮ ਹੈਗੀ ਉਹਦੀ। ਮਾਲਕ ਦੇ ਨਾਲ ਮਾਲਕ ਨੂੰ ਠਾਕੁਰ ਨਹੀਂ ਬਣਾਇਆ ਤੇ ਮਾਇਆ ਨੇ ਤਾਂ ਠਾਕੁਰ ਬਣ ਜਾਣਾ, ਉਹਨੇ ਤਾਂ ਠਕੁਰਾਣੀ ਬਣੀ ਹੋਈ ਆ। ਉਹ ਤਾਂ ਆਲਰੇਡੀ ਉਹਦੇ ਕੋਲ ਚਾਰਜ ਲੈਣਾ ਹੈ ਆਪਾਂ ਨੇ। ਜਾਂ ਕਾ ਠਾਕੁਰ ਤੂੰ ਹੀ ਪ੍ਰਭ, ਤਾਂ ਕੇ ਵਡ ਭਾਗਾ। ਉਹਦੇ ਵੱਡੇ ਭਾਗ ਆ ਭਾਈ, ਜਿਨ੍ਹਾਂ ਨੇ ਉਹ ਮਾਲਕ ਨੂੰ ਜਿਹੜਾ ਹੈਗਾ ਕਰਤਾ ਮੰਨ ਲਿਆ। ਉਹ ਸੁਹੇਲਾ ਸਦ ਸੁਖੀ, ਸਭ ਪਰਮ ਪਉ ਭਾਗਾ। ਪੈਰ ਚਲਾ ਰਿਹਾ ਪਰਮ ਪਉ ਭਾਗਾ। ਉਹ ਸੁਹੇਲਾ ਸਦ ਸੁਖੀ, ਕਹਿੰਦੇ ਉਹ ਸੁਹੇਲਾ ਹੋ ਗਿਆ, ਖੁਸ਼ਹਾਲ ਜੀਵਨ ਵਾਲਾ ਹੋ ਗਿਆ, ਹਮੇਸ਼ਾ ਵਾਸਤੇ ਸੁਖੀ ਹੋ ਗਿਆ। ਜਦ ਤੱਕ ਸਰੀਰ ਹੈ ਸੁਖੀ, ਅੱਗੇ ਗਾਹਾਂ ਮਾਲਕ ਦਾ ਸਾਥ ਹੈ, ਇੱਥੇ ਹੀ ਮਾਲਕ ਦਾ ਸਾਥ ਹੈ। ਉਹ ਸੁਹੇਲਾ ਸਦ ਸੁਖੀ, ਸਭ ਪਰਮ ਪਉ ਭਾਗਾ। ਉਹਦਾ ਸਾਰਾ ਮਾਇਆ ਦਾ ਭਰਮ ਟਰੈਪ ਸਾਰੀ ਦੂਰ ਹੋ ਜਾਏਗੀ ਭਾਈ। ਉਹਨੂੰ ਪਤਾ ਹੈ ਵੀ ਅਸਲੀ ਕੀ ਹੈ, ਆਹ ਚੀਜ਼ ਆਇਆ। ਹਮ ਚਾਕਰ ਗੋਬਿੰਦ ਕੇ ਠਾकुर मेरा ਭਾਰਾ। ਦੇਖ ਲਓ ਉੱਪਰ ਕੀ ਲਿਖਿਆ, ਜਾਂ ਕਾ ਠਾकुर ਤੂੰ ਹੀ ਪ੍ਰਭ, ਤਾਂ ਕੇ ਵਡ ਭਾਗਾ। ਹੁਣ ਕੀ ਕਹਿ ਰਹੇ ਪੰਜਵੀਂ ਪਾਤਸ਼ਾਹੀ, ਕਹਿੰਦੇ ਹਮ ਚਾਕਰ ਗੋਬਿੰਦ ਕੇ ਠਾकुर ਮੇਰਾ ਭਾਰਾ। ਕਹਿੰਦੇ ਮੈਂ ਤਾਂ ਉਸ ਮਾਲਕ ਦਾ ਚਾਕਰ ਹੈਗਾ ਭਾਈ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ। ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਗੁਰ ਕੀ ਬਚਨੀ ਹਾਟ ਬਿਕਾਨਾ। ਆ ਲਓ ਅਗਲੀ ਲਾਈਨ ਇੱਥੇ ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ, ਕਰਨ ਕਰਾਵਨ ਸਗਲ ਵਿਦ, ਸੋ ਸਤਿਗੁਰੂ ਹਮਾਰਾ। ਉਹ ਮਾਲਕ ਪਰਮਾਤਮਾ ਹੈਗਾ, ਉਹਨੇ ਸਾਰਾ ਕਰਨ ਕਰਾਉਣ ਵਾਸਤੇ ਜਿਹੜਾ ਹੈਗਾ ਗੁਰੂ ਨੂੰ ਥਾਪਿਆ, ਸਤਿਗੁਰੂ ਨੂੰ ਥਾਪਿਆ ਹੋਇਆ। ਸਤਿਗੁਰੂ ਦੇ ਦੁਆਰਾ ਮਾਲਕ ਨੇ ਕਾਰਵਾਈ ਕਰਨੀ ਹੈ। ਕਰਨ ਕਰਾਵਣ ਸਗਲ ਵਿਦ, ਉਹ ਮਾਲਕ ਕਰਨ ਕਰਾਉਣ ਵਾਲਾ ਹੈਗਾ, ਸਾਰਾ ਕੁਛ ਉਹਨੇ ਕਰਨਾ ਹੈ, ਸਤਿਗੁਰੂ ਦੇ ਦੁਆਰਾ ਕਰਨਾ ਹੈ। ਕਰਨ ਕਰਾਵਨ ਸਗਲ ਵਿਦ, ਸੋ ਸਤਿਗੁਰੂ ਹਮਾਰਾ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ। ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਰਹਾਓ ਦੂਜਾ ਨਹੀਂ ਔਰ ਕੋ ਤਾਂਕਾ ਪਾਓ ਕਰੀਏ। ਕਹਿੰਦੇ ਦੂਸਰਾ ਕੋਈ ਹੈ ਹੀ ਨਹੀਂ, ਜੇ ਕੋਈ ਹੋਏ ਤੇ ਆਪਾਂ ਉਹਦਾ ਡਰ ਮੰਨ ਲਈਏ। ਦੂਜਾ ਤਾਂ ਕੋਈ ਹੈ ਹੀ ਨਹੀਂ ਹੈ, ਬਸ ਦੂਜੀ ਤਾਂ ਮਾਲਕ ਨੇ ਆ ਖੇਡ ਬਣਾਈ ਹੈ, ਮਾਇਆ ਬਣਾਈ ਹੋਈ ਹੈ। ਦੂਜਾ ਨਹੀਂ ਔਰ ਕੋ ਤਾਂਕਾ ਪਾਓ ਕਰੀਏ, ਮਾਲਕ ਵਰਗਾ ਕੋਈ ਨਹੀਂ ਹੈਗਾ ਭਾਈ। ਗੁਰ ਸੇਵਾ ਮਹਿਲ ਪਾਈਏ, ਜਗ ਦੁੱਤਰ ਤਰੀਏ। ਗੁਰੂ ਦੀ ਸੇਵਾ ਜੋ ਗੁਰੂ ਕਹਿ ਰਹੇ ਆ ਭਾਈ, ਉਸ ਸੇਵਾ ਦੇ ਨਾਲ ਹੀ ਮਾਲਕ ਦਾ ਇਹ ਪ੍ਰਕਿਰਤੀ ਦੀ ਕੈਦ ਚੋਂ ਆਪਾਂ ਨਿਕਲ ਸਕਦੇ ਹਾਂ ਔਰ ਮਾਲਕ ਦੇ ਮਹਿਲ ਦੇ ਵਿੱਚ ਜਾ ਸਕਦੇ ਹਾਂ। ਮਾਲਕ ਦੇ ਨਾਲ ਆਪਾਂ ਵੀ ਜਿਹੜੇ ਹੈ ਅਬਨਾਸੀ ਹੋ ਸਕਦੇ ਹਾਂ, ਆਪਾਂ ਵੀ ਸਰੀਰ ਰਹਿਤ ਹੋ ਸਕਦੇ ਹਾਂ। ਗੁਰ ਸੇਵਾ ਮਹਿਲ ਪਾਈਏ, ਜਗ ਦੁੱਤਰ ਤਰੀਏ। ਜੋ ਆਪਣਾ ਅਸਲੀ ਰੂਪ ਹੈਗਾ ਭਾਈ, ਗੁਰ ਸੇਵਾ ਮਹਿਲ ਪਾਈਏ, ਜਗ ਦੁੱਤਰ। ਜਗ ਜਿਹੜਾ ਸੰਸਾਰ ਜੋ ਦਿਖ ਰਿਹਾ ਆ,
ਇਹ ਦੁੱਤਰ ਹੈਗਾ, ਨਹੀਂ ਤਰਿਆ ਜਾ ਸਕਦਾ, ਕਿਸੇ ਹੋਰ ਤਰੀਕੇ ਦੇ ਨਾਲ ਨਹੀਂ ਤਰਿਆ ਜਾ ਸਕਦਾ। ਜਿਹਨੇ ਇਹਨੂੰ ਬਣਾਇਆ ਆ ਉਸੇ ਨੇ ਜਿਹੜਾ ਹੈਗਾ ਉਸੇ ਦੀ ਬਾਣੀ ਹੈ ਪਾਈ ਆ। ਗੁਰ ਸੇਵਾ ਮਹਿਲ ਪਾਈਏ ਜਗ ਦੁੱਤਰ ਧਰੀਐ। ਗੁਰੂ ਦੀ ਦੱਸੀ ਕਾਰਵਾਈ ਤੋਂ ਇਲਾਵਾ ਨਾ ਤਾਂ ਮਾਲਕ ਦੇ ਨਾਲ ਮਾਲਕ ਤੱਕ ਪਹੁੰਚਿਆ ਜਾ ਸਕਦਾ ਹੈ, ਨਾ ਹੀ ਪ੍ਰਕਿਰਤੀ ਦੀ ਕੈਦ ਚੋਂ ਬਾਹਰ ਹੋਇਆ ਜਾ ਸਕਦਾ ਹੈ। ਦ੍ਰਿਸ਼ਟ ਤੇਰੀ ਸੁਖ ਪਾਈਏ ਮਨ ਮਾਹੇ ਨਿਧਾਨਾ। ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਸੁਖੀ ਹੋ ਸਕਦੇ ਹਾਂ। ਜੋ ਮਾਲਕ ਚਾਹੁੰਦਾ ਹੈ, ਜੋ ਮਾਲਕ ਨੇ ਜਿਹੜਾ ਹੈ ਰਸਤਾ ਰੱਖਿਆ ਹੋਇਆ, ਔਰ ਮਨ ਦੇ ਵਿੱਚ ਖਜ਼ਾਨਾ ਹੈਗਾ। ਮਨ ਮਾਹੇ ਨਿਧਾਨਾ, ਮਨ ਦੇ ਵਿੱਚ ਹੀ ਮਿਲਣਾ ਹੈ। ਮਨ ਔਰ ਸੁਰਤ ਇੱਕ ਕਰਨੇ ਪਊਗੇ ਪਾਏ, ਵਿਚਾਰ ਬੰਦ ਕਰਨੇ ਪਊਗੇ ਤਾਂ ਇਹ ਨਿਧਾਨ ਮਿਲਣਾ ਹੈ, ਖਜ਼ਾਨਾ ਮਿਲਣਾ। ਮਨ ਦੇ ਵਿੱਚ ਹੈ ਖਜ਼ਾਨਾ। ਤਨ ਨੂੰ ਆਪਾਂ ਕਦ ਤੱਕ ਜਿਹੜਾ ਹੈਗਾ, ਤਨ ਦੇ ਨਾਲ ਤਾਂ ਜਿਹੜਾ ਹੈਗਾ ਆਪਾਂ ਨੂੰ ਕੰਬੀਨੇਸ਼ਨ ਮਿਲਿਆ ਹੋਇਆ ਆ ਸਾਰਾ। ਇਹ ਜਿਹੜੀ ਹੈ ਸੁਰਤ ਜਿਹੜੀ ਹੈਗੀ ਇਹ ਕਰ ਸਕਦੇ ਹਾਂ, ਇਹ ਕਾਰਵਾਈ ਸਰੀਰ ਦੇ ਵਿੱਚ ਹੀ ਹੋ ਸਕਦੀ ਹੈ। ਦ੍ਰਿਸ਼ਟ ਤੇਰੀ ਸੁਖ ਪਾਈਏ ਮਨ ਮਾਹੇ ਨਿਧਾਨਾ। ਜਾਂ ਕੋ ਤੁਮ ਕਿਰਪਾਲ ਪਾਏ ਸੇਵਕ ਸੇ ਪਰਵਾਨਾ। ਜਿਨ੍ਹਾਂ ਤੇ ਹੁਣ ਮਾਲਕ ਜਿਹੜਾ ਕਿਰਪਾਲ ਹੋ ਜਾਂਦਾ ਹੈ। ਮਾਲਕ ਕਿਸ ਤੇ ਕਿਰਪਾਲ ਹੁੰਦਾ ਹੈ? ਮਾਲਕ ਹੁੰਦਾ ਹੈ ਕਿਰਪਾਲ ਜਿਹੜਾ ਕਿਰਪਾ ਚਾਹੁੰਦਾ ਹੈ, ਜਿਹੜਾ ਕਹਿੰਦਾ ਹੈ ਬਾਪੂ ਮੈਨੂੰ ਤੂੰ ਚਾਹੀਦਾ ਹੈ, ਮੈਂ ਤੇਰੇ ਕੋਲ ਆਉਣਾ ਚਾਹੁੰਦਾ ਹੈ। ਉਹ ਸੇਵਕ ਆ, ਉਹੀ ਪ੍ਰਵਾਨ ਹੋ ਜਾਂਦਾ ਹੈ। ਫਿਰ ਅੰਮ੍ਰਿਤ ਰਸ ਹਰ ਕੀਰਤਨੋਂ ਕੋ ਬਿਰਲਾ ਪੀਵੈ। ਹੁਣ ਦੇਖ ਲਓ ਭਾਈ, ਇਹ ਅੰਮ੍ਰਿਤ ਰਸ ਜਿਹੜਾ ਨਾਮ ਪਦਾਰਥ ਔਰ ਜਿਹੜਾ ਹੈਗਾ ਇਹ ਕੀਰਤਨ, ਇਹ ਕੀਰਤਨ ਕਿਹੜਾ ਹੈ? ਜਿੱਥੇ ਰਸ ਆ ਜਾਂਦਾ ਹੈ, ਅੰਮ੍ਰਿਤ ਰਸ ਆ ਜਾਂਦਾ ਹੈ। ਜਿਸ ਕੀਰਤਨ ਦੇ ਵਿੱਚ ਰਸ ਆ ਜਾਂਦਾ ਹੈ, ਅੰਮ੍ਰਿਤ ਰਸ ਹਰ ਕੀਰਤਨੋਂ ਕੋ ਬਿਰਲਾ ਪੀਵੈ। ਕੋਈ ਟਾਵਾਂ ਪਹੁੰਚਦਾ ਇਸ ਜਗ੍ਹਾ ਤੇ। ਅੰਮ੍ਰਿਤ ਰਸ ਹਰ ਕੀਰਤਨੋਂ ਕੋ ਬਿਰਲਾ ਪੀਵੈ। ਵਜੋ ਨਾਨਕ ਮਿਲੇ ਏਕ ਨਾਮ ਰਿਦ ਜਪ ਜਪ ਜੀਵੈ। ਵਜੋ ਕਹਿੰਦੇ ਆ ਵਿੱਚ ਇਹ ਮਜ਼ਦੂਰੀ। ਕੀ ਮਿਲਦੀ ਹੈ ਮਜ਼ਦੂਰੀ? ਕਹਿੰਦੇ ਆ ਵਜੋ ਨਾਨਕ ਮਿਲੇ ਏਕ ਨਾਮ, ਪਰਮੇਸ਼ਰ ਦਾ ਨਾਮ ਮਿਲਦਾ ਹੈ ਭਾਈ। ਰਿੱਧ ਜਪ ਜਪ ਜੀਵੇ, ਰਿੱਧ ਜਪ ਜਪ ਜੀਵੇ। ਹਿਰਦੇ ਦੇ ਵਿੱਚ ਤਾਂ ਆਪਣਾ ਜਿਹੜਾ ਹੈਗਾ ਮਨ ਹੈਗਾ ਭਾਈ। ਆਖਰੀ ਸ਼ਬਦ ਲਈ ਅੱਜ ਦਾ। ਆਸਾ ਮਹੱਲਾ ਪੰਜਵਾਂ। ਜਾਂ ਪ੍ਰਭ ਕੀ ਹੋਂ ਚੇਰੁਲੀ ਸੋ ਸਭ ਤੇ ਉੱਚਾ। ਦੇਖ ਲਓ ਹੁਣ ਕੀ ਕਹਿ ਰਿਹਾ ਗਿਆਨ। ਆਪਣੀ ਬਾਣੀ ਜਿਹੜੀ ਹੈਗੀ ਆ ਉਹ ਮਾਲਕ ਤੋਂ ਇਲਾਵਾ ਤਾਂ ਗੱਲ ਹੀ ਨਹੀਂ ਕਰ ਰਹੀ। ਬਸ ਕਹਿੰਦੇ ਜਿਸ ਮਾਲਕ ਦੀ ਮੈਂ ਜਿਹੜਾ ਹੈਗਾ ਚੇਰੀ ਹੈਗੀ ਆ, ਉਹ ਮਾਲਕ ਸਭ ਤੋਂ ਉੱਚਾ ਹੈਗਾ ਭਾਈ, ਸਭ ਤੋਂ ਉੱਚਾ ਹੈਗਾ। ਜਾਂ ਸਟਾਰਟਿੰਗ ਸਾਰਾ ਕੁਝ ਉੱਥੋਂ ਨਿਕਲ ਰਿਹਾ, ਸਾਰੇ ਦਾ ਕੰਟਰੋਲਰ ਉਹ ਹੈਗਾ ਤੇ ਆਪਾਂ ਉਸੇ ਨੂੰ ਫੜੀਏ ਭਾਈ। ਜਾਂ ਪ੍ਰਭ ਕੀ ਹੋਂ ਚੇਰਲੀ ਸੋ ਸਭ ਤੇ ਉੱਚਾ। ਸਭ ਕਿਛ ਤਾਂ ਕਾ ਕਾਂਡੀਏ ਥੋੜਾ ਔਰ ਮੂਚਾ। ਕਹਿੰਦੇ ਸਾਰਾ ਕੁਛ ਉਸੇ ਮਾਲਕ ਦਾ ਹੈਗਾ ਭਾਵੇਂ ਥੋੜਾ ਭਾਵੇਂ ਜ਼ਿਆਦਾ, ਸਭ ਕੁਛ ਜੋ ਕੁਛ ਵੀ ਹੈਗਾ ਉਸੇ ਮਾਲਕ ਪਰਮਾਤਮਾ ਦਾ ਹੈਗਾ, ਉਹਦੇ ਅੰਦਰ ਹੀ ਹੈਗਾ। ਆਪਾਂ ਵੀ ਉਹਦੇ ਹੀ ਹੈਗੇ ਆ। ਜੀ ਪ੍ਰਾਣ ਮੇਰਾ ਧਨੋ ਸਾਹਿਬ ਕੀ ਮਨੀਆਂ। ਬਸ ਜਿਹਨੇ ਆ ਕਰ ਲਈ ਕਾਰਵਾਈ ਹੋ ਗਈ, ਬਸ ਸ਼ੁਰੂ ਹੋ ਗਈ ਉਹਦੀ। ਕਹਿੰਦੇ ਮੇਰਾ ਜੀਓ, ਮੇਰੇ ਪ੍ਰਾਣ, ਆ ਪ੍ਰਾਣ ਸ਼ਕਤੀ ਦਿੱਤੀ ਹੋਈ ਆ ਮਾਲਕ ਨੇ। ਜੋ ਵੀ ਆਪਾਂ ਨੂੰ ਦਿੱਤੀ ਹੈ ਪਵਨ। ਮੇਰਾ ਧਨ ਜਿਹੜਾ ਹੈਗਾ ਸਾਹਿਬ ਕੀ ਮਨੀਆਂ। ਕਹਿੰਦੇ ਮੈਂ ਤਾਂ ਮਾਲਕ ਦੀ ਮੰਨਦੀ ਹਾਂ ਭਾਈ, ਮੇਰਾ ਕੁਛ ਨਹੀਂ ਹੈ ਇਹਦੇ ਵਿੱਚ। ਨਾ ਮੇਰਾ ਜੀ, ਨਾ ਮੇਰੇ ਪ੍ਰਾਣ, ਨਾ ਮੇਰਾ ਤਨ। ਜੇ ਪ੍ਰਾਣ ਮੇਰਾ ਤਨੋ ਸਾਹਿਬ ਕੀ ਮਨੀਆਂ। ਨਾਮ ਜਿਸੈ ਕੈ ਉਜਲੀ ਤਿਸ ਦਾਸੀ ਗਨੀਆਂ ਰਹਾਓ। ਜਿਸ ਮਾਲਕ ਪਰਮਾਤਮਾ ਦੇ ਨਾਮ ਦੇ ਨਾਲ, ਨਾਮ ਪਦਾਰਥ ਦੇ ਨਾਲ ਮੈਂ ਉਜਲੀ ਹੋਣਾ ਹੈਗਾ, ਉਸੇ ਦੀ ਦਾਸੀ ਹਾਂ ਮੈਂ ਉਸੇ ਦੀ ਦਾਸੀ ਗਿਣੀ ਜਾਨੀ ਹਾਂ ਭਾਈ। ਰਹਾਓ ਵੇ ਪਰਵਾਹ ਆਨੰਦ ਮੈਂ ਨਾਉ ਮਾਣਕ ਹੀਰਾ। ਉਹ ਮਾਲਕ ਤਾਂ ਵੇ ਪ੍ਰਵਾਹ ਹੈ, ਉਹ ਤਾਂ ਆਨੰਦ ਦੇ ਵਿੱਚ ਹੈਗਾ।
ਪਾਏ ਜਿਹਦੇ ਕੋਲ ਨਾਮ ਵਾਲਾ ਹੀਰਾ ਮਿਲ ਜਾਂਦਾ ਹੈ, ਜਿਹਨੂੰ ਨਾਮ ਪਦਾਰਥ ਮਿਲ ਜਾਂਦਾ ਹੈ, ਜਿਹਦੇ ਅੰਦਰ ਅੰਮ੍ਰਿਤ ਰਸ ਆ ਜਾਂਦਾ ਹੈ, ਕਹਿੰਦੇ ਉਹ ਬੇਪਰਵਾਹ ਹੋ ਜਾਂਦਾ ਹੈ, ਆਨੰਦਮੈ ਹੋ ਜਾਂਦਾ ਹੈ। ਕੋਟ ਲਾਖ ਸਰਬ ਕੋ ਰਾਜਾ ਜੇ ਸਿਰ ਦੇ ਨਾਮ ਤੁਮਾਰਾ, ਜਿਹਦੇ ਅੰਦਰ ਪ੍ਰਗਟ ਹੋ ਗਿਆ ਉਹ ਰਸ, ਉਹ ਅੰਮ੍ਰਿਤ। ਰੱਜੀ ਧਾਈ ਸਦਾ ਸੁਖ ਜਾਂ ਕਾ ਤੂੰ ਮੀਰਾ, ਉਹ ਤਾਂ ਰੱਜ ਗਿਆ। ਰੱਜੀ ਧਾਈ ਇਹ ਜਿਹੜੀ ਹੈਗੀ ਆ, ਇਹ ਮਾਇਆ ਪਦਾਰਥ ਚੋਗਾ, ਇਹ ਰਸਕਸ, ਇਹ ਧੌਣੀ, ਕਹਿੰਦੇ ਰੱਜ ਗਿਆ ਇਸ ਚੋਂ, ਹਮੇਸ਼ਾ ਵਾਸਤੇ ਸੁਖੀ ਹੋ ਗਿਆ। ਜਾਂ ਕਾ ਤੂੰ ਮੀਰਾ, ਮੀਰਾ ਕਹਿੰਦੇ ਆ ਮਾਲਕ, ਜਿਹਨੇ ਮਾਲਕ ਨੂੰ ਬਣਾ ਲਿਆ ਪਾਏ, ਮਾਲਕ ਨੂੰ ਮੀਰਾ ਬਣਾ ਲਿਆ ਜਿਹਨੇ, ਜਿਹੜੇ ਉਹ ਜਿਹੜਾ ਹੈਗਾ ਜਾਂ ਪ੍ਰਭ ਕੀ ਹੋ ਚੇਰਲੀ, ਬਸ ਚੇਰੀ ਹੋ ਗਈ ਉਸ ਮਾਲਕ ਦੀ, ਸੋ ਸਭ ਤੇ ਉੱਚਾ। ਰੱਜੀ ਤਾਈ ਸਦਾ ਸੁਖ ਜਾਂ ਕਾ ਤੂੰ ਮੀਰਾ, ਸਖੀ ਸਹੇਰੀ ਸੰਗ ਕੀ ਸੁਮਤ ਦ੍ਰਿੜਾਵੋਂ, ਕਹਿੰਦੇ ਸਖੀਓ ਸਹੇਲੀਓ ਸੰਗ ਦਿਓ, ਆਓ ਮੈਂ ਤੁਹਾਨੂੰ ਜਿਹੜਾ ਹੈਗਾ ਇੱਕ ਚੰਗੀ ਮੱਤ ਦੇਵਾਂ, ਪੱਕੀ ਕਰਾ ਦਾਂ ਚੰਗੀ ਮੱਤ, ਅੱਜ ਚੰਗੀ ਮੱਤ ਪੱਕੀ ਕਰ ਲਓ। ਸਖੀ ਸਹੇਰੀ ਸੰਗ ਕੀ ਸੁਮਤ ਦ੍ਰਿੜਾਵੋਂ, ਸੇਵੋ ਸਾਧੂ ਭਾਉ ਕਰ ਤਾਉ ਨਿਧ ਹਰ ਭਾਵੋਂ। ਸੇਵੋ ਸਾਧੂ ਭਾਉ ਕਰ, ਕਹਿੰਦੇ ਜੋ ਗੁਰੂ ਕਹਿ ਰਹੇ ਆ ਪਾਏ, ਜੋ ਗੁਰੂ ਕਹਿ ਰਹੇ, ਜੋ ਬ੍ਰਹਮ ਗਿਆਨੀ ਕਹਿ ਰਹੇ, ਜੋ ਸਤਿਗੁਰੂ ਕਹਿ ਰਹੇ, ਉਹਨੂੰ ਪਿਆਰ ਦੇ ਨਾਲ, ਭਾਵਨਾ ਦੇ ਨਾਲ ਜਿਹੜਾ ਹੈਗਾ ਉਸ ਨੂੰ ਉਹ ਸੇਵਾ ਕਰੋ। ਤਾਉ ਨਿਧ ਹਰ ਭਾਵੋਂ, ਤਾਂ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਔਰ ਉਹਦਾ ਅੰਮ੍ਰਿਤ ਰਸ, ਉਹ ਖਜ਼ਾਨਾ ਮਿਲਦਾ ਹੈ। ਨਿਧ ਮਤਲਬ ਖਜ਼ਾਨਾ, 9 ਨਿਧੀ 18 ਸਿੱਧੀ। ਸਗਲੀ ਦਾਸੀ ਠਾਕੁਰ ਹੈ ਸਭ ਕਹਿਤੀ ਮੇਰਾ, ਸਾਰੀਆਂ ਜਿਹੜੀਆਂ ਹੈਗੀਆਂ, ਜਿੰਨੀਆਂ ਵੀ ਹੁਣ ਭਗਤੀ ਕਰਨ ਵਾਲੇ ਆਉਂਦੀਆਂ ਆ, ਸਾਰੀਆਂ ਜਿਹੜੇ ਉਸੇ ਮਾਲਕ ਦੀਆਂ ਦਾਸੀਆਂ, ਉਸੇ ਦੀ ਭਗਤੀ ਕਰ ਰਹੇ, ਸਾਰੀਆਂ ਉਸੇ ਠਾਕੁਰ ਦੀਆਂ, ਸਾਰੇ ਜਿੰਨੇ ਵੀ ਹੈਗੇ, ਜਿਹੜੇ ਆਪਣੇ ਜਿਹੜੇ ਸਾਧਨਾ ਕਰਨ ਵਾਲੇ ਹੈਗੇ, ਧਿਆਨ ਸਿਮਰਨ ਕਰਨ ਵਾਲੇ ਹੈਗੇ, ਭਗਤੀ ਕਰਨ ਵਾਲੇ ਹੈਗੇ, ਸਾਰੇ ਸਗਲੀ ਦਾਸੀ ਠਾਕੁਰ ਹੈ ਉਸੇ ਠਾਕੁਰ ਦੀ, ਸਭ ਕਹਿਤੀ ਮੇਰਾ, ਸਾਰੀਆਂ ਕਹਿੰਦੀਆਂ ਵੀ ਮੇਰਾ ਹੈ ਮਾਲਕ ਪਰਮਾਤਮਾ। ਜਿਸੈ ਸਿੰਗਾਰੇ ਨਾਨਕਾ ਤਿਸ ਸੁਖੈ ਬਸੇਰਾ, ਬਸ ਕਹਿੰਦੇ ਪਰ ਜਿਹਨੂੰ ਉਹ ਸਿੰਗਾਰ ਲੈਂਦਾ ਆ, ਮਾਲਕ ਸਿੰਗਾਰਦਾ ਹੈ ਆਪ, ਜਿਹਨੂੰ ਤਰਾਸ਼ ਲੈਂਦਾ ਹੈ, ਜਿਹਦੇ ਅੰਦਰ ਜਿਹੜਾ ਹੈ, ਜਿਹਨੂੰ ਜਿਹੜਾ ਹੈਗਾ ਉਹ ਸੁਰਤ ਮਤ ਮਨ ਬੁੱਧ ਜਿਹਦੀ ਘੜ ਲੈਂਦਾ ਹੈ ਧਿਆਨ ਸਿਮਰਨ ਦੇ ਦੁਆਰਾ, ਜਿਸੈ ਸਿੰਗਾਰੇ ਨਾਨਕਾ ਤਿਸ ਸੁਖੈ ਬਸੇਰਾ, ਬਸ ਉਹ ਸੁਖ ਦੇ ਵਿੱਚ ਵਸਦਾ ਹੈ ਭਾਈ, ਹਮੇਸ਼ਾ ਵਾਸਤੇ ਸੁਖੀ ਹੋ ਜਾਂਦਾ ਹੈ। ਜਿਸੈ ਸਿੰਗਾਰੇ ਨਾਨਕਾ ਤਿਸ ਸੁਖੈ ਬਸੇਰਾ। ਹਾਂ ਜੀ 117 ਹੋ ਗਏ, 15 ਲੜੀ ਦੇ ਮੋਤੀ ਹੋ ਗਏ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਬਈ ਫਤਿਹ ਭਾਈ ਸਾਹਿਬ ਜੀ, ਸਾਰੀ ਸੰਗਤ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ।